ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਕਰਤਵਤਾ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਕੈਂਪ ਦੀ ਸ਼ੁਰੂਆਤ ਕਰਦੇ ਹਾਂ ਜੀ। ਕੈਂਪ ਦੀ ਸ਼ੁਰੂਆਤ ਜਾਪ ਸੇਵਾ ਤੋਂ ਹੋਵੇਗੀ, ਜੋ ਕਿ ਤਰਨਜੀਤ ਕੌਰ ਜੀ 13238 ਰੋਪੜ ਤੋਂ ਲੈਣਗੇ। ਉਹਨਾਂ ਦਾ ਹੈਂਡ ਰੇਜ਼ ਵੀ ਆ, ਉਹਨਾਂ ਨੂੰ ਸਪੋਰਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਕਲਯੁਗ ਮੈਂ ਕੀਰਤਨ ਪ੍ਰਧਾਨਾ ਦੇ ਮਹਾਵਾਕਾਂ ਅਨੁਸਾਰ ਆਪਾਂ ਹੁਣ ਕੀਰਤਨ ਦੇ ਵਿੱਚ ਜੁੜਦੇ ਹਾਂ ਜੀ। ਸੋ ਕੀਰਤਨ ਸੇਵਾ ਲੈਣਗੇ ਪ੍ਰਭਲੀਨ ਕੌਰ ਜੀ 16183 ਰਾਮਪੁਰਾ ਤੋਂ। ਸਭ ਤੋਂ ਪਹਿਲਾਂ ਭੈਣ ਜਸਪ੍ਰੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ। ਅੰਕਲ ਜਸਵਿੰਦਰ ਸਿੰਘ ਜੀ ਦਾ ਤੇ ਮੇਰੇ ਵਾਈਫ ਜੀ ਦਾ ਬਹੁਤ-ਬਹੁਤ ਧੰਨਵਾਦ, ਜੋ ਸਾਨੂੰ ਇਹ ਸਾਥ ਤੋਂ ਬਖਸ਼ ਰਹੇ ਹਨ। ਅੱਜ ਦੇ ਆਪਾਂ ਕੀਰਤਨ ਦੇ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਰਾਮਦਾਸ ਗੁਰੂ, ਧੰਨ ਧੰਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰੂ, ਧੰਨ ਧੰਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰੂ, ਧੰਨ ਧੰਨ ਰਾਮਦਾਸ ਗੁਰੂ। ਸਿੱਖੀ ਅਤੇ ਸੰਗਤੀ ਪਰ ਬ੍ਰਹਮ ਕਰ ਨਮਸਕਾਰਿਆ, ਪਰ ਬ੍ਰਹਮ ਕਰ ਨਮਸਕਾਰਿਆ, ਪਰ ਬ੍ਰਹਮ ਕਰ ਨਮਸਕਾਰਿਆ। ਧੰਨ ਧੰਨ ਰਾਮਦਾਸ ਗੁਰੂ, ਧੰਨ ਧੰਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰੂ, ਧੰਨ ਧੰਨ ਰਾਮਦਾਸ ਗੁਰੂ। ਅਟੁੱਟ ਅਥਾਹ ਅਤੁੱਟ ਤੂੰ, ਤੇਰਾ ਅੰਤ ਨ ਪਾਰੰਗਾਰਿਆ,
तेरा अंत न पारा वारिया, तेरा अंत न पारा वारिया। तन तन रामदास गुरु, तन तन रामदास गुरु। पूरी होई करामात आप सिरजनहार तारिया, आप सिरजनहार तारिया, आप सिरजनहार तारिया। तन तन रामदास गुरु, तन तन रामदास गुरु। सिੱਖੀ ਅਤੇ ਸੰਗਤੀ ਪਰ ਬ੍ਰਹਮ ਕਰ ਨਮਸਕਾਰਿਆ, ਪਰ ਬ੍ਰਹਮ ਕਰ ਨਮਸਕਾਰਿਆ, ਪਰ ਬ੍ਰਹਮ ਕਰ ਨਮਸਕਾਰਿਆ। ਤਨ ਤਨ ਰਾਮਦਾਸ ਗੁਰੂ, ਤਨ ਤਨ रामदास गुरु। जिन सिरिया तिने सवारिया, जिन सिरिया तिने सवारिया। तन तन रामदास गुरु, तन तन रामदास गुरु। जिन्नी तू सेविया पाओ कर, से तुद पार उतारिया, से तुद पार उतारिया, से तुद पार उतारिया। तन तन रामदास गुरु, तन तन रामदास गुरु। जिन सिरिया तिने सवारिया, जिन सिरिया तिने सवारिया। तन तन रामदास गुरु, तन तन रामदास गुरु। पूरी होई करामात से तुद पार उतारिया, से तुद पार उतारिया। तन तन रामदास गुरु, 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 तन तन रामदास गुरु। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇੰਨਾ ਰਸ ਭਿੰਨਾ ਕੀਰਤਨ ਸੁਣਾਇਆ। ਸੋ ਅੱਜ ਦਾ ਵਿਸ਼ਾ ਲੈਣ ਵੀਰ ਏਕਮਨੂਰ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਹਾਊ ਟੂ ਸਟੇ ਕੰਸਨਟਰੇਟਡ ਐਂਡ ਫੋਕਸਡ। ਸੋ ਆਪ ਜੀ ਨੂੰ ਬੇਨਤੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਿਵੇਂ ਕਿ ਮੈਕਪ੍ਰੀਤ ਕੌਰ ਜੀ ਨੇ ਦੱਸਿਆ ਕਿ ਅੱਜ ਦਾ ਮੇਰਾ ਸੈਸ਼ਨ ਹੈ ਜੀ ਹਾਊ ਟੂ ਸਟੇ ਕੰਸਨਟਰੇਟਡ ਐਂਡ ਫੋਕਸਡ। ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕੋਈ ਵੀ ਐਕਟੀਵਿਟੀ ਕਰ ਰਹੇ ਹਾਂ ਤਾਂ ਆਪਾਂ ਉਹਦੇ ਵਾਸਤੇ ਜਿਹੜਾ ਫੋਕਸ ਤੇ ਕੰਸਨਟਰੇਟਡ ਕਿਵੇਂ ਰਹਿ ਸਕਦੇ ਹਾਂ, ਅੱਜ ਅਸੀਂ ਉਹ ਦੇਖਾਂਗੇ। ਸੋ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜੇ ਕੰਸਨਟਰੇਟਡ ਤੇ ਜਿਹੜੇ ਫੋਕਸਡ ਹੈ ਇਹ ਸਾਡੀ ਸਕਸੈਸ ਦੇ ਪਿਲਰ ਦੇ ਰੂਪ ਦੇ ਵਿੱਚ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜੇ ਕੋਈ ਵੀ ਆਪਾਂ ਆਪਣੀ ਲਾਈਫ ਦੇ ਵਿੱਚ ਸਕਸੈਸ ਚਾਹੁੰਦੇ ਹਾਂ ਤਾਂ ਸਾਡਾ ਜਿਹੜਾ ਨਾ ਜੇ ਆਪਾਂ ਲਾਈਫ ਦੇ ਵਿੱਚ ਚਾਹੁੰਦੇ ਹਾਂ ਕਿ ਸਾਨੂੰ ਸਕਸੈਸ ਮਿਲੇ, ਅਸੀਂ ਬਹੁਤ ਤਰੱਕੀਆਂ ਕਰੀਏ, ਤਾਂ ਸਾਨੂੰ ਆਪਣੇ ਕੰਮ ਦੇ ਵੱਲ ਕੰਸਨਟਰੇਸ਼ਨ ਤੇ ਫੋਕਸ ਰਹਿਣਾ ਚਾਹੀਦਾ। ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਤਰ੍ਹਾਂ ਦੇ ਜਿਹੜੇ ਆ ਸਕਸੈਸ ਦੇ ਵਿਚਕਾਰ ਇਹ ਪਿਲਰ ਹਨ ਜਿਨ੍ਹਾਂ ਨੂੰ ਆਪਾਂ ਬਰਕਰਾਰ ਰੱਖਣਾ ਹੈ ਤੇ ਫਿਰ ਅਸੀਂ ਇਹਨਾਂ ਨੂੰ ਬਰਕਰਾਰ ਰੱਖ ਕੇ ਹੀ ਆਪਣੀ ਲਾਈਫ ਦੇ ਵਿੱਚ ਕੁਝ ਕਰ ਸਕਦੇ ਹਾਂ, ਕੁਝ ਬਣ ਸਕਦੇ ਹਾਂ। ਸੋ ਹੁਣ ਜੇ ਆਪਾਂ ਗੱਲ ਕਰੀਏ ਕਿ
ਅਸੀਂ ਇਸ ਟੌਪਿਕ ਦੇ ਵਿੱਚ ਕੀ ਦੇਖਾਂਗੇ, ਅਸੀਂ ਇੱਥੇ ਦੀ ਦੇਖਾਂਗੇ ਕੰਸੈਂਟਰੇਸ਼ਨ ਹੈ ਕਿਸੇ ਕੀ ਬੈਨੀਫਿਟਸ ਹੋਣਗੇ ਸਾਨੂੰ ਕੰਸੈਂਟਰੇਸ਼ਨ ਦੇ, ਤੇ ਆਪਾਂ ਕੀ ਕੁਝ ਕਰ ਸਕਦੇ ਹਾਂ, ਕੀ ਟਿਪਸ ਹੋਣਗੀਆਂ ਕਿ ਆਪਾਂ ਜਿਹੜੇ ਕੰਸੈਂਟਰੇਟਡ ਰਹਿ ਸਕੀਏ। ਸੋ ਅਸੀਂ ਇਸ ਦੇ ਵਿੱਚ ਹੋਰ ਵੀ ਕੁਝ ਐਕਟੀਵਿਟੀਆਂ ਵੀ ਕਰਾਂਗੇ। ਅੱਜ ਅਸੀਂ ਇੱਥੇ 400 ਤੋਂ ਵੱਧ ਬੱਚੇ ਜੁੜ ਬੈਠੇ ਹਾਂ। ਸੋ ਮੇਰੀ ਸਾਰਿਆਂ ਨੇ ਬੇਨਤੀ ਹੋਏਗੀ ਕਿ ਅਸੀਂ ਸਾਰੇ ਇਹਨਾਂ ਐਕਟੀਵਿਟੀਜ਼ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰੀਏ ਤੇ ਬਹੁਤ ਕੁਝ ਨਵਾਂ ਸਿੱਖੀਏ ਹੋਰ ਵੀ। ਸੋ ਜੀ ਆਪਾਂ ਪੀਪੀਟੀ ਸ਼ੁਰੂ ਕਰਦੇ ਹਾਂ ਜੀ। ਸੋ ਮੇਰਾ ਟੌਪਿਕ ਹੈ ਜੀ ਕੰਸੈਂਟਰੇਸ਼ਨ ਐਂਡ ਸਟੇ ਫੋਕਸਡ। ਸੋ ਸਭ ਤੋਂ ਪਹਿਲਾਂ ਮੇਰਾ ਜੀ ਆਪ ਸਭ ਨੂੰ ਕੁਐਸਚਨ ਹੈ ਜੀ, ਵਾਟ ਇਜ਼ ਕੰਸੈਂਟਰੇਸ਼ਨ? ਤੁਹਾਡੇ ਮੁਤਾਬਿਕ ਕੰਸੈਂਟਰੇਸ਼ਨ ਕੀ ਹੈ? ਤੁਸੀਂ ਚੈਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜੀ। ਅਟੈਂਸ਼ਨ, ਹਾਂਜੀ ਬਹੁਤ ਵਧੀਆ ਜੀ। ਹੋਰ ਜੀ ਹੋਰ, ਅਟੈਂਸ਼ਨ ਅਟੈਂਸ਼ਨ ਅਟੈਂਸ਼ਨ, ਹਾਂਜੀ ਬਹੁਤ ਵਧੀਆ ਜੀ। ਸੋ ਕੰਸੈਂਟਰੇਸ਼ਨ ਬੇਸਿਕਲੀ ਇਹ ਚੀਜ਼ ਹੈ ਕਿ ਆਪਾਂ ਕਿਸੇ ਵੀ ਪਾਰਟਿਕੂਲਰ ਐਕਟੀਵਿਟੀ ਦੇ ਵਿੱਚ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ, ਕੋਈ ਪਾਰਟਿਕੂਲਰ ਵਰਕ ਕਰ ਰਹੇ ਹਾਂ, ਤੇ ਉਹਦੇ ਪ੍ਰਤੀ ਸਾਡੀ ਜਿਹੜੀ ਅਟੈਂਸ਼ਨ ਹੈ, ਸਾਡੇ ਬ੍ਰੇਨ ਦੀ ਜਿਹੜੀ ਅਟੈਂਸ਼ਨ ਹੈ, ਆਪਾਂ ਕਿਸ ਤਰ੍ਹਾਂ ਉਸ ਚੀਜ਼ ਨੂੰ ਕਰ ਰਹੇ ਹਾਂ, ਸਾਡੀ ਅਟੈਂਸ਼ਨ ਜਿਹੜੀ ਹੈ ਉਹ ਜਿਹੜੀ ਮੇਨ ਕੰਸੈਂਟਰੇਸ਼ਨ ਦੇ ਵਿੱਚ ਮਾਇਨੇ ਦਿਖਾਉਂਦੀ ਹੈ, ਤੇ ਉਸ ਨੂੰ ਜਿਹੜਾ ਆਪਾਂ ਕੰਸੈਂਟਰੇਸ਼ਨ ਕਹਿੰਦੇ ਹਾਂ ਜੀ। ਸੋ ਨੈਕਸਟ ਸਾਡੇ ਕੋਲ ਇੱਕ ਐਕਟੀਵਿਟੀ ਹੈ ਜੀ, ਟ੍ਰਿਕੀ ਕੁਐਸਚਨਸ। ਸੋ ਸਭ ਨੂੰ ਬੇਨਤੀ ਹੈ ਜੀ ਤੁਸੀਂ ਪਲੀਜ਼ ਐਕਟਿਵਲੀ ਪਾਰਟਿਸਿਪੇਟ ਕਰਨਾ, ਵੱਧ ਤੋਂ ਵੱਧ ਆਨਸਰ ਸਾਨੂੰ ਚੈਟ ਦੇ ਵਿੱਚ ਦਿਓ ਜੀ। ਸੋ ਸਾਡੇ ਕੋਲ ਪਹਿਲਾ ਕੁਐਸਚਨ ਹੈ ਜੀ, which word if reversed remains the same? ਕਿ ਕਿਹੜਾ ਇੱਕ ਅਜਿਹਾ ਵਰਡ ਹੈ ਜਿਹਨੂੰ ਆਪਾਂ ਉਲਟਾ ਵੀ ਕਰ ਦਈਏ ਤਾਂ ਉਹ ਜਿਹੜਾ ਉਹਦਾ ਮੀਨਿੰਗ, ਉਹਦੇ ਜਿਹੜੇ ਲੈਟਰਸ ਨੇ ਉਹ ਸੇਮ ਰਹਿੰਦੇ ਨੇ ਜੇ ਆਪਾਂ ਉਹਨਾਂ ਨੂੰ ਉਲਟਾ ਵੀ ਕਰ ਦਈਏ। ਤਾਂ ਤੁਸੀਂ ਦੇ ਨੂਨ, ਹਾਂਜੀ ਬਹੁਤ ਵਧੀਆ ਜੀ। ਹੋਰ ਜੀ ਹੋਰ, ਡੈਡ। ਹੋਰ ਜੀ ਇਸ ਤੋਂ ਇਲਾਵਾ ਹੋਰ ਵੀ ਦੇਖੀਏ ਜੀ, ਕ੍ਰੀਏਟਿਵ ਬਣੀਏ ਆਪਾਂ ਜੀ। ਹੋਰ ਵੀ ਕਿਸੇ ਦਾ ਮੈਸੇਜ ਆਪਾਂ ਕਾਪੀ ਕਰਕੇ ਨਹੀਂ ਲਿਖਣਾ। ਮੋਮ, ਹਾਂਜੀ ਬਹੁਤ ਵਧੀਆ ਜੀ। ਹੋਰ ਜੀ ਇੱਕ ਵਰਡ ਹੋਰ ਹੈ ਜੀ, ਹੋਰ ਜੀ ਹੋਰ, ਨੂਨ। ਸੋ ਇੱਕ ਵਰਡ ਮੈਂ ਹਿੰਟ ਵੀ ਦੇ ਦੇਣਾ ਆਪ ਜੀ ਨੂੰ ਕਿ ਉਹ ਇੱਕ ਨਾ ਸਟੇਟ, ਪਾਰਟਿਕੂਲਰ ਸਟੇਟ ਦੇ ਵਿੱਚ ਉਹ ਰੀਜਨ ਪੈਂਦਾ ਹੈ, ਆਈ, ਹਾਂਜੀ ਬਹੁਤ ਵਧੀਆ ਜੀ। ਤੇ ਉਹਦਾ ਨਾਮ ਹੀ ਜਿਹੜਾ ਹੈ ਮਲਿਆਲਮ। ਜੇ ਆਪਾਂ ਉਹਨੂੰ ਉਹ ਵਰਡ ਨੂੰ ਰਿਵਰਸ ਵੀ ਕਰੀਏ ਤਾਂ ਉਹਦੇ ਜਿਹੜੇ ਲੈਟਰਸ ਨੇ ਉਹ ਇੱਕ ਸੇਮ ਜਗ੍ਹਾ ਤੇ ਰਹਿੰਦੇ ਨੇ, ਹਾਂਜੀ ਬਹੁਤ ਵਧੀਆ ਜੀ। ਸੋ ਮਲਿਆਲਮ ਵਰਡ ਹੈ। ਸੋ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਸਾਡੇ ਕੋਲ ਵਰਡ ਨੇ ਜਿਨ੍ਹਾਂ ਨੂੰ ਰਿਵਰਸ ਕਰੀਏ ਤਾਂ ਉਹਨਾਂ ਦਾ ਮੀਨਿੰਗ ਜਿਹੜਾ ਹੈ ਉਹ ਸੇਮ ਰਹਿੰਦਾ ਹੈ। ਸੋ ਨੈਕਸਟ ਸਾਡੇ ਕੋਲ ਕੁਐਸਚਨ ਹੈ ਜੀ, ਵੇਅਰ ਡਜ਼ ਫਰਾਈਡੇ ਕਮਸ ਬਿਫੋਰ ਥਰਸਡੇ? ਕਿ ਕਿਹਦੇ ਵਿੱਚ ਜਿਹੜਾ ਹੈ ਫਰਾਈਡੇ ਥਰਸਡੇ ਤੋਂ ਜਿਹੜਾ ਹੈ ਉਹ ਪਹਿਲਾਂ ਬਾਅਦ ਦੇ ਵਿੱਚ ਆਉਂਦਾ ਹੈ। ਥਰਸਡੇ ਤੋਂ ਬਾਅਦ ਜਿਹੜਾ ਹੈ ਫਰਾਈਡੇ ਕਿਹਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਆਉਂਦਾ ਹੈ? ਡਿਕਸ਼ਨਰੀ, ਹਾਂਜੀ ਬਹੁਤ ਵਧੀਆ ਜੀ। ਰਮਨਜੋਤ ਕੌਰ ਜੀ ਲਿਖ ਰਹੇ ਨੇ। ਸੋ ਸਾਡੇ ਕੋਲ ਨੈਕਸਟ ਕੁਐਸਚਨ ਆ ਗਿਆ ਜੀ। ਹੁਣ ਉਹਦੇ ਆਨਸਰ ਦਿਓ ਜੀ। ਹੋਰ ਜੀ ਹੋਰ, ਡਿਕਸ਼ਨਰੀ, ਹਾਂਜੀ ਬਹੁਤ ਵਧੀਆ ਜੀ। ਸੋ ਸਾਡੇ ਕੋਲ ਨੈਕਸਟ ਕੁਐਸਚਨ ਹੈ ਜੀ, ਵਿਚ ਇਜ਼ ਦਾ ਬਿਗੇਸਟ ਪੈਨ? ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪੈਨ ਕਿਹੜਾ ਹੈ? ਇਸ ਕੁਐਸਚਨ ਦੇ ਵਿੱਚ ਜਿਹੜੀ ਹੈ ਮੇਨ ਥਿੰਗ ਇਹੀ ਹੈ ਕਿ ਪੈਨ ਇਸ ਦੇ ਵਿੱਚ ਜਿਹੜਾ ਮੇਨ ਅਟੈਂਸ਼ਨ ਜਿੱਤੇ ਸਾਨੂੰ ਦੇਣ ਦੀ ਲੋੜ ਹੈ ਉਹ ਵਰਡ ਹੈ ਪੈਨ। ਤੇ ਫਰਾਈਡੇ ਨਹੀਂ ਜੀ। ਹੁਣ ਤੁਸੀਂ ਨੈਕਸਟ ਕੁਐਸਚਨ ਦੇ ਆਨਸਰ ਦਿਓ ਜੀ, ਵਿਚ ਇਜ਼ ਦਾ ਬਿਗੇਸਟ ਪੈਨ? ਜਾਪਾਨ, ਹਾਂਜੀ ਬਹੁਤ ਵਧੀਆ ਜੀ। ਗੁਰਪ੍ਰੀਤ ਸਿੰਘ ਜੀ ਲਿਖ ਰਹੇ ਨੇ, ਬਹੁਤ ਵਧੀਆ ਜੀ। ਸੋ ਸਾਡੇ ਕੋਲ ਨੈਕਸਟ ਕੁਐਸਚਨ ਹੈ ਜੀ, ਇਨ ਵਿਚ ਕੰਟਰੀ ਦੀ ਥਿੰਗਸ ਰਨ ਸਮੂਥਲੀ? ਉਹ ਕਿਹੜੀ ਕੰਟਰੀ ਹੈ ਜਿਹਦੇ ਵਿੱਚ ਜਿਹੜੀਆਂ ਥਿੰਗਸ ਨੇ, ਜਿਹੜੀਆਂ ਚੀਜ਼ਾਂ ਨੇ ਉਹ ਬੜੇ ਹੀ ਸਮੂਥਲੀ, ਬੜੇ ਹੀ ਅੱਛੇ ਢੰਗ ਦੇ ਨਾਲ ਚੱਲਦੀਆਂ ਨੇ? ਉਹ ਕੰਟਰੀ ਦਾ ਤੁਸੀਂ ਨਾਮ ਦੱਸਣਾ ਹੈ ਜੀ। ਫਰਾਈਪੈਨ ਨਹੀਂ ਜੀ। ਨੈਕਸਟ ਕੁਐਸਚਨ ਆ ਗਿਆ ਜੀ ਹੁਣ ਸਾਡੇ ਕੋਲ, ਇਨ ਵਿਚ ਕੰਟਰੀ ਦੀ ਥਿੰਗਸ ਰਨ ਸਮੂਥਲੀ? ਉਹ ਕਿਹੜੀ ਕੰਟਰੀ ਹੈ ਜਿਸ ਦੇ ਵਿੱਚ ਜਿਹੜੇ ਥਿੰਗਸ ਨੇ ਉਹ ਬੜੀ ਵਧੀਆ ਤਰੀਕੇ ਦੇ ਨਾਲ ਚੱਲਦੀਆਂ ਨੇ? ਕੈਨੇਡਾ, ਚਾਈਨਾ ਨਹੀਂ ਜੀ। ਹੋਰ ਜੀ, ਅਮਰੀਕਾ ਨਹੀਂ ਜੀ। ਕੈਨੇਡਾ ਨਹੀਂ ਜੀ। ਸਿੰਗਾਪੁਰ ਨਹੀਂ ਜੀ। ਫਰਾਂਸ ਨਹੀਂ ਜੀ। ਇੰਡੀਆ ਨਹੀਂ ਜੀ। यूरोप नहीं जी। ਤਾਮਿਲ ਨਹੀਂ ਜੀ। ਸੋ ਇਸ ਵਰਡ ਦਾ ਆਨਸਰ ਜੋ ਹੈ ਮੈਂ ਦਿੰਦਾ ਆਪ ਜੀ ਨੂੰ, ਇਸ ਵਰਡ ਦਾ ਆਨਸਰ ਹੈ ਜੀ ਗ੍ਰੀਸ। ਸੋ ਇਹ ਸੀਗੇ ਸਾਰੇ ਸਾਡੇ ਕੁਐਸਚਨ। ਇੱਕ ਤਰ੍ਹਾਂ ਦੀ ਆਪਾਂ ਐਕਟੀਵਿਟੀ ਕਹਿ ਸਕਦੇ ਹਾਂ ਕਿ ਇਸ ਦੇ ਨਾਲ ਸਾਡੀ ਜਿਹੜੀ ਕੰਸੈਂਟਰੇਸ਼ਨ ਲੈਵਲ ਹੈ, ਸਾਨੂੰ ਪਤਾ ਲੱਗਦਾ ਕਿ ਅਸੀਂ ਦੇਖਦੇ ਹਾਂ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਗ੍ਰੀਸ, ਹਾਂਜੀ ਬਹੁਤ ਵਧੀਆ ਲਿਖਿਆ ਜੀ ਉਹਨਾਂ ਨੇ। ਸੋ ਅਸੀਂ ਹੁਣ ਨੈਕਸਟ ਸਲਾਈਡ ਤੇ ਜਾਂਦੇ ਹਾਂ ਜੀ। ਨੈਕਸਟ ਹੈ ਸਾਡੇ ਕੋਲ, ਟੂ ਕੰਸੈਂਟਰੇਟ is direct your mental power or your efforts toward a particular activity, subject or problem. So ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਕੰਸੈਂਟਰੇਟ ਦਾ ਮੀਨਿੰਗ ਇਹ ਹੈ ਕਿ ਆਪਾਂ ਕਿਸੇ ਐਕਟੀਵਿਟੀ ਦੇ ਵੱਲ ਸਾਡੇ ਕੀ ਐਫਰਟਸ ਨੇ,
ਵੱਲ ਸਾਡੇ ਕੀ ਐਫਰਟਸ ਨੇ, ਆਪਾਂ ਉਸ ਐਕਟੀਵਿਟੀ ਨੂੰ ਕਿੱਦਾਂ ਕਰ ਰਹੇ ਹਾਂ, ਕੀ ਆਪਾਂ ਉਸ ਦੇ ਉੱਤੇ ਇੰਟਰਸਟ ਲੈ ਰਹੇ ਹਾਂ, ਆਪਾਂ ਅਟੈਂਸ਼ਨ ਦੇ ਰਹੇ ਹਾਂ ਉਸ ਚੀਜ਼ ਨੂੰ। ਸੋ ਉਹੀ ਸਾਡੀ ਜਿਹੜੀ ਹੈ ਇਹ ਕੰਸੈਂਟਰੇਸ਼ਨ ਹੁੰਦੀ ਹੈ। ਸੋ ਨੈਕਸਟ ਹੈ ਸਾਡੇ ਕੋਲ ਕੰਸੈਂਟਰੇਸ਼ਨ ਇਜ਼ ਡਾਇਰੈਕਸ਼ਨ ਆਫ ਅਟੈਂਸ਼ਨ ਟੂ ਅ ਸਿੰਗਲ ਆਬਜੈਕਟ। ਕਿ ਕੰਸੈਂਟਰੇਸ਼ਨ ਇੱਕ ਅਟੈਂਸ਼ਨ ਹੈ, ਸਾਡਾ ਧਿਆਨ ਹੈ ਜਿਹੜਾ ਆਪਾਂ ਇੱਕ ਸਿੰਗਲ ਚੀਜ਼ ਦੇ ਉੱਪਰ ਦਿੰਦੇ ਹਾਂ। ਕੋਈ ਵੀ ਆਪਾਂ ਪਰਟੀਕੂਲਰ ਐਕਟੀਵਿਟੀ ਲੈ ਲਈਏ, ਜੇ ਆਪਾਂ ਹੁਣ ਕਰੀਏ ਗੱਲ ਕਰੀਏ ਤਾਂ ਸਾਡੇ ਕੋਲ ਦੋ ਚੀਜ਼ਾਂ ਹੁੰਦਾ, ਆਪਾਂ ਦੋ ਚੀਜ਼ਾਂ ਦੇ ਉੱਪਰ ਚੰਗੀ ਤਰ੍ਹਾਂ ਕੰਸੈਂਟਰੇਸ਼ਨ ਨਹੀਂ ਕਰ ਸਕਦੇ, ਆਪਾਂ ਅਟੈਂਸ਼ਨ ਉਸਦੇ ਉੱਪਰ ਨਹੀਂ ਕਰ ਸਕਦੇ। ਜੇ ਸਾਡੇ ਕੋਲ ਕੋਈ ਇੱਕ ਚੀਜ਼ ਹੋਏਗੀ ਤਾਂ ਆਪਾਂ ਉਸ ਚੀਜ਼ ਤੇ ਜਿਹੜਾ ਕੰਸੈਂਟਰੇਸ਼ਨ ਹੈ ਉਹ ਇੱਕ ਅੱਛੇ ਢੰਗ ਨਾਲ ਵੈਲ ਮੈਨਰ ਦੇ ਨਾਲ ਕਰ ਸਕਦੇ ਹਾਂ ਜੀ। ਸੋ ਇਹ ਸੀਗੀ ਸਾਡੀ ਕੰਸੈਂਟਰੇਸ਼ਨ ਦੀ ਡੈਫੀਨੇਸ਼ਨ। ਸੋ ਨੈਕਸਟ ਜੀ ਸਾਡੇ ਕੋਲ ਇਹ ਵੀ ਇੱਕ ਐਕਟੀਵਿਟੀ ਹੈ ਜੀ, ਸਪੋਰਟ ਦਾ ਡਿਫਰੈਂਸ। ਇਸ ਦੇ ਵਿੱਚ ਤੁਹਾਨੂੰ ਮੈਂ ਦੋ ਫੋਟੋਆਂ ਦਿਖਾਵਾਂਗਾ, ਤੁਸੀਂ ਉਸ ਦੇ ਵਿੱਚ ਡਿਫਰੈਂਸ ਫਾਈਂਡ ਕਰਨਾ ਹੈ ਕਿ ਜਿਹੜੀ ਪਹਿਲੀ ਫੋਟੋ ਹੈ ਦੂਸਰੀ ਫੋਟੋ ਤੋਂ ਕਿੱਦਾਂ ਅਲੱਗ ਹੈ। ਸੋ ਇਹ ਹੈ ਜੀ, ਇਸ ਦਾ ਤੁਸੀਂ ਆਨਸਰ ਚੈਟ ਵਿੱਚ ਦੇ ਸਕਦੇ ਹੋ, ਤੁਸੀਂ ਹੈਂਡ ਰੇਜ਼ ਕਰਕੇ ਵੀ ਦੇ ਸਕਦੇ ਹੋ ਜੀ। ਆਪ ਜੀ ਦੇ ਕੋਲ 2 ਤੋਂ 3 ਮਿੰਟ ਦਾ ਸਮਾਂ ਹੈ ਜੀ, ਤੁਸੀਂ ਵੱਧ ਤੋਂ ਵੱਧ ਜਿਹੜਾ ਹੈ ਐਕਟਿਵਲੀ ਪਾਰਟਿਸਿਪੇਟ ਕਰਨਾ ਹੈ ਜੀ। ਹੈਂਡ ਰੇਜ਼ ਹੈ ਜੀ ਅੰਮ੍ਰਿਤਸਰ, ਹਾਂਜੀ ਸਾਂਝੀ ਬਹੁਤ ਵਧੀਆ, ਮੈਂਗੋ ਬਹੁਤ ਵਧੀਆ ਜੀ, ਆਈਸਕ੍ਰੀਮ ਹਾਂਜੀ ਬਹੁਤ ਵਧੀਆ ਜੀ, ਆਈਸਕ੍ਰੀਮ, ਮੈਲਨ ਐਂਡ ਵਾਟਰਮੈਲਨ ਹਾਂਜੀ ਬਹੁਤ ਵਧੀਆ ਜੀ, ਵਿੰਡੋ ਬਹੁਤ ਵਧੀਆ ਜੀ, ਗ੍ਰਾਸ ਹਾਂਜੀ ਕਹਿ ਸਕਦੇ ਹਾਂ ਜੀ, ਆਈਸਕ੍ਰੀਮ। ਹੋਰ ਜੀ ਹੋਰ ਇੱਕ ਹੋਰ ਹੈ ਜੀ, ਉਹ ਫਾਈਂਡ ਕਰੋ, ਸਨ ਲਾਈਨ ਹਾਂਜੀ ਬਹੁਤ ਵਧੀਆ ਜੀ, ਸਨ ਹਾਂਜੀ ਕਾਟਨ ਜੀ ਹੋ ਸਕਦੇ ਨੇ ਜੀ ਜੀ। ਹੋਰ ਜੀ ਹੋਰ, ਮੈਂਗੋਸ, ਗਲਾਸ ਦੇ ਉੱਪਰ ਫਲਾਵਰ ਹਾਂਜੀ, ਕੋਲਡ ਡਰਿੰਕ ਹਾਂਜੀ, ਡਰਿੰਕ। ਹੋਰ ਜੀ ਹੋਰ ਇੱਕ ਬੜੀ ਹੀ ਫਰੂਟਸ ਵੀ ਆਪਾਂ ਕਹਿ ਸਕਦੇ ਹਾਂ ਜੀ। ਸੋ ਇੱਕ ਤੁਸੀਂ ਧਿਆਨ ਨਾਲ ਇਸ ਦੋਵਾਂ ਫੋਟੋਸ ਨੂੰ ਦੇਖੋ ਤੇ ਫਿਰ ਇਹਨਾਂ ਦਾ ਜਿਹੜਾ ਹੈ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਕਿ ਕੀ ਚੀਜ਼ ਇੱਕ ਡਿਫਰੈਂਸ ਹੋ ਰਹਿੰਦਾ ਹੈ, ਤੁਸੀਂ ਉਹਨੂੰ ਫਾਈਂਡ ਕਰਨਾ ਹੈ ਜੀ। ਲੱਭੋ ਜੀ ਲੱਭੋ ਛੇਤੀ, ਲੈਮਨ। ਹੋਰ ਜੀ ਹੋਰ ਇੱਕ ਡਿਫਰੈਂਸ ਹੈ, ਪੜ੍ਹਦੇ ਨਹੀਂ ਜੀ, ਸੋ ਹਜੇ ਤੱਕ ਸਾਡੇ ਕੋਲ ਆਨਸਰ ਨਹੀਂ ਆਇਆ ਵਾਲਾ। ਕਲੋਥ ਹਾਂਜੀ ਕਹਿ ਸਕਦੇ ਹਾਂ ਜੀ, ਕਲੋਥ ਦਾ ਡਿਫਰੈਂਸ ਜੀ। ਇੱਕ ਹੋਰ ਹੈ, ਚਲੋ ਮੈਂ ਤੁਹਾਨੂੰ ਹਿੰਟ ਦੇ ਦੇਣਾ, ਜੋ ਇਹ ਲੜਕੀ ਹੈ ਫੋਟੋ ਦੇ ਵਿੱਚ ਉਸਦੇ ਵੱਲ ਧਿਆਨ ਦੇ ਵੱਲ ਦੇਖੋ, ਚੋਕਲੇਟ ਹਾਂਜੀ, ਮੈਲਨ ਨਹੀਂ ਜੀ, ਹਜੇ ਵੀ ਉਹ ਵਾਲਾ ਆਨਸਰ ਜੋ ਮੈਂ ਚਾਹ ਰਿਹਾ ਉਹ ਵਾਲਾ ਹਜੇ ਨਹੀਂ ਆਇਆ ਜੀ। ਸੋਚੋ ਜੀ ਸੋਚੋ, ਮੈਂ ਤੁਹਾਨੂੰ ਹਿੰਟ ਵੀ ਦੇ ਦਿੱਤਾ ਕਿ ਇਹ ਜਿਹੜੀ ਇਹ ਡਿਫਰੈਂਸ ਹੈ ਇਹਨਾਂ ਦੋਵਾਂ ਦੀ ਫੋਟੋ ਵਿੱਚ ਉਹ ਲੜਕੀ ਦੇ ਵਿੱਚ ਹੀ ਹੈ ਕਿ ਆਪਾਂ ਹਾਂਜੀ ਬਹੁਤ ਵਧੀਆ ਜੀ, EPP ਨੰਬਰ 9874 ਬਹੁਤ ਵਧੀਆ ਜੀ। ਕਿ ਆਪਾਂ ਲੜਕੀ ਦੀ ਜੇ ਕਾਲਰ ਦੇਖੀਏ ਤਾਂ ਲੈਫਟ ਸਾਈਡ ਜਿਹੜੀ ਸਾਨੂੰ ਫੋਟੋ ਦਿਖ ਰਹੀ ਹੈ ਉਹਦੇ ਵਿੱਚ ਜਿਹੜਾ ਲੜਕੀ ਦਾ ਕਾਲਰ ਹੈ ਉਹ ਰਾਉਂਡ ਹੈ, ਜਿਹੜਾ ਦੂਸਰੇ ਵੱਲ ਹੈ ਉਹ ਇੱਕ ਪੂਰੀ ਤਰ੍ਹਾਂ ਦਾ ਜਿਹੜਾ ਹੈ ਕਾਲਰ ਬਣਿਆ ਹੋਇਆ ਹੈ। ਸੋ ਬਹੁਤ ਵਧੀਆ ਫਾਈਂਡ ਕੀਤਾ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਆਪ ਸਾਰਿਆਂ ਦਾ, ਬੜਾ ਹੀ ਐਕਟਿਵਲੀ ਪਾਰਟਿਸਿਪੇਟ ਕੀਤਾ ਜੀ ਆਪ ਸਭ ਨੇ। ਸੋ ਅਸੀਂ ਨੈਕਸਟ ਵਧਦੇ ਹਾਂ ਜੀ। ਸੋ ਹੁਣ ਸਾਡੇ ਕੋਲ ਹੈ ਜੀ, ਵਾਟ ਇਜ਼ ਮੈਮਰੀ। ਮੈਮਰੀ ਕੀ ਹੈ? ਮੈਮਰੀ ਇਜ਼ ਦੀ ਅਬਿਲਿਟੀ ਟੂ ਰਿਮੈਂਬਰ ਇਨਫੋਰਮੇਸ਼ਨ, ਐਕਸਪੀਰੀਐਂਸਿਸ ਐਂਡ ਪੀਪਲ। ਮੈਮਰੀ ਇੱਕ ਸਾਡੀ ਇੱਕ ਤਰ੍ਹਾਂ ਦੀ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਦਿੱਤੀ ਹੈ, ਸਾਨੂੰ ਇੱਕ ਖਜ਼ਾਨਾ ਬਖਸ਼ਿਆ ਅਸੀਂ ਕਹਿ ਸਕਦੇ ਹਾਂ, ਜਿਹਦੇ ਵਿੱਚ ਆਪਾਂ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਉਸਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜੀ। ਸੋ ਇੱਥੇ ਇਨਫੋਰਮੇਸ਼ਨ ਦੇ ਸਪੈਲਿੰਗਸ ਗਲਤ ਨੇ ਜੀ, ਸੋ ਇਨਫੋਰਮੇਸ਼ਨ ਹੈ ਜੀ। ਸੋ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਚੀਜ਼, ਜੇ ਆਪਾਂ ਕਹਿ ਸਕਦੇ ਕਿ ਸਾਨੂੰ ਇੱਕ ਜਿਹੜੀ ਹੈ ਇਹ ਗੋਲਡਨ ਚੀਜ਼ ਬਖਸ਼ੀ ਆ, ਜਿਸ ਦੇ ਵਿੱਚ ਆਪਾਂ ਕਿਸੇ ਚੀਜ਼ ਦੀ ਜਾਂ ਕੋਈ ਵੀ ਦਾ ਐਕਸਪੀਰੀਅੰਸ ਅਸੀਂ ਉਹ ਪੀਪਲ ਨੂੰ, ਤਾਂ ਜੇ ਸਾਡੇ ਕੋਲ ਮੈਮਰੀ ਹੋਏਗੀ ਤਾਂ ਅਸੀਂ ਇਹ ਤਾਂ ਹੀ ਜਿਹੜਾ ਸਾਡਾ ਸਭ ਕੁਝ ਹੈ ਇਹ ਪੋਸੀਬਲ ਹੈ ਜੀ। ਸੋ ਨੈਕਸਟ ਸਾਡੇ ਕੋਲ ਇੱਕ ਐਕਟੀਵਿਟੀ ਹੈ ਜੀ, ਇਹ ਮੈਮਰੀ ਨਾਲ ਰਿਲੇਟਡ ਹੈ ਜੀ, ਮੈਮੋਰਾਈਜ਼ ਇਮੇजेस। ਅਸੀਂ ਇਹ ਇਮੇजेस ਨੂੰ ਮੈਮੋਰਾਈਜ਼ ਕਰਨਾ ਹੈ ਕਿ ਕਿਹੜੀ ਇਮੇਜ ਜਿਹੜੀ ਕਿੱਥੇ ਹੈ ਤੇ ਇਹ ਕਿਹੜੀ ਹੈ। ਸੋ ਦੇਖ ਲਓ ਜੀ, ਤੁਸੀਂ ਤੁਹਾਡੇ ਕੋਲ 10 ਤੋਂ 15 ਸੈਕਿੰਡ ਦਾ ਸਮਾਂ ਹੈ, ਤੁਸੀਂ ਇਸ ਨੂੰ ਚੰਗੀ ਤਰ੍ਹਾਂ ਵਾਚ ਲਓ, ਫਿਰ ਅਸੀਂ ਆਪਣੇ ਕੁਐਸਚਨ ਤੇ ਜਾਵਾਂਗੇ। ਸੋ ਜੀ ਸਭ ਨੇ ਦੇਖ ਲਈ ਹੋਏਗੀ ਜੀ ਹੋਪ। ਸੋ ਨੈਕਸਟ ਤੇ ਜਾਂਦੇ ਹਾਂ ਜੀ। ਸੋ ਵੇਅਰ ਵਾਜ਼ ਇਟ, ਇਹ ਜਿਹੜੀ ਤੁਹਾਨੂੰ ਇਹ ਇੱਕ ਜਿਹੜੀ ਇਹ ਦਿਖ ਰਹੀ ਹੈ, ਜਿਹੜੀ ਤੁਹਾਨੂੰ ਗਲਵਸ ਦਿਖ ਰਿਹਾ ਹੈ ਉਸਦੇ ਉੱਪਰ ਇਹ ਬਾਲ ਪਈ ਹੈ, ਇਹ ਕਿਹੜੇ ਨੰਬਰ ਤੇ ਸੀਗੀ? ਤੁਸੀਂ ਚੈਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਜੀ। 6 ਨੰਬਰ ਹਾਂਜੀ ਬਹੁਤ ਵਧੀਆ ਜੀ, 6 ਹਾਂਜੀ ਬਹੁਤ ਵਧੀਆ ਜੀ, ਬੜੇ ਹੀ ਧਿਆਨ ਦੇ ਨਾਲ ਤੁਸੀਂ ਦੇਖਿਆ ਜੀ, ਬਹੁਤ ਬਹੁਤ ਧੰਨਵਾਦ ਜੀ।
ਸੋ ਅਸੀਂ ਨੈਕਸਟ ਤੇ ਜਾਂਦੇ ਹਾਂ ਜੀ। ਉਹ ਵੀ ਸਾਡੇ ਕੋਲ ਇਸ ਤਰ੍ਹਾਂ ਦੀ ਐਕਟੀਵਿਟੀ ਹੈ ਜੀ ਇੱਕ। ਤੁਸੀਂ ਇਹਨਾਂ ਸਾਰੀ ਇਮੇਜ ਨੂੰ ਵਾਚ ਕਰ ਲਓ ਜੀ ਚੰਗੀ ਤਰ੍ਹਾਂ। ਤੁਸੀਂ ਇਸ ਨੂੰ ਵਾਚ ਕਰ ਲਓ ਜੀ ਚੰਗੀ ਤਰ੍ਹਾਂ। ਆਈ ਹੋਪ ਤੁਸੀਂ ਸਾਰਿਆਂ ਨੇ ਵਾਚ ਕਰ ਲਿਆ ਹੋਵੇਗਾ। ਨੈਕਸਟ ਚਲੀਏ ਜੀ। ਪਲੀਜ਼ ਜੇ ਵਾਈ ਲਿਖ ਦਿਓ ਜੀ ਚੈਟ ਬਾਕਸ ਦੇ ਵਿੱਚ ਜੇ ਆਪਾਂ ਨੈਕਸਟ ਚਲੀਏ ਤਾਂ ਤੁਸੀਂ ਦੇਖ ਲਿਆ ਹੋ ਇਮੇਜ ਨੂੰ। ਜੀ ਜੀ ਚਲੋ ਜੀ ਆਪਾਂ ਚੱਲਦੇ ਹਾਂ ਜੀ ਨੈਕਸਟ ਤੇ। ਸੋ ਹੁਣ ਸਾਡਾ ਕੁਐਸਚਨ ਹੈ ਜੀ ਵੇਅਰ ਵਾਜ਼ ਇਟ। ਇਹ ਜਿਹੜਾ ਸਾਨੂੰ ਇੱਕ ਕੱਪ ਦਿਖ ਰਿਹਾ ਹੈ ਇਹ ਕਿੰਨਵੇਂ ਨੰਬਰ ਤੇ ਸੀਗਾ? 5 ਨੰਬਰ ਬ੍ਰਹਮਲੀਨ ਕੌਰ ਜੀ ਪਹਿਲਾ ਨੰਬਰ ਤੇ, ਬਹੁਤ ਵਧੀਆ ਜੀ, ਵਾਹ ਜੀਗਾ। 5 ਨੰਬਰ ਤੇ ਸੀਗਾ ਜੀ। ਸੋ ਇਹ ਵੀ ਸੀਗੀ ਸਾਡੇ ਕੋਲ ਇੱਕ ਐਕਟੀਵਿਟੀ ਸੀਗੀ। ਇਸ ਤਰ੍ਹਾਂ ਅਸੀਂ ਦੇਖ ਸਕਦੇ ਕਿ ਸਾਡੀ ਜਿਹੜੀ ਮੈਮਰੀ ਹੈ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ, ਸਾਡੀ ਮੈਮਰੀ ਕਿੰਨੀ ਕੁ ਇਨਹੈਂਸ ਹੋਈ ਹੈ, ਅਸੀਂ ਇਸ ਤੋਂ ਇਹ ਪਤਾ ਕਰ ਸਕਦੇ ਹਾਂ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਸੋ ਇਸੇ ਤਰ੍ਹਾਂ ਸਾਡੇ ਕੋਲ ਇੱਕ ਅੱਗੇ ਦੀ ਐਕਟੀਵਿਟੀ ਆਏਗੀ, ਉਸ ਵਿੱਚ ਆਪ ਸਾਹਮਣੇ ਜਿਹੜਾ ਹੈ ਐਕਟਿਵਲੀ ਪਾਰਟਿਸਿਪੇਟ ਕਰਨਾ ਹੈ ਜੀ। ਅਸੀਂ ਇਸ ਸੈਸ਼ਨ ਨੂੰ ਇੱਕ ਆਮ ਸੈਸ਼ਨ ਨਹੀਂ, ਆਪਾਂ ਇੱਕ ਇੰਟਰੈਕਟਿਵ ਸੈਸ਼ਨ ਬਣਾਉਣਾ ਹੈ। ਅਸੀਂ ਇਸ ਤੋਂ ਕੁਝ ਸਿੱਖਣਾ ਹੈ। ਆਪਾਂ ਨਿਰਾ ਪੂਰਾ ਆਪਣੀ ਜਿਹੜੀ ਗਿਆਨ ਗੋਲਕਾਂ ਨਹੀਂ ਭਰ ਲੈਣੀਆਂ, ਆਪਾਂ ਇਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਵੀ ਕਰਨਾ। ਜਿਹੜੀ ਚੀਜ਼ਾਂ ਹੁਣ ਅਸੀਂ ਆਪਾਂ ਅੱਗੇ ਗੱਲ ਕਰਾਂਗੇ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਵਿਚਾਰਨਾ ਵੀ ਹੈ ਤੇ ਆਪਾਂ ਕਮਾਉਣਾ ਵੀ ਹੈ। ਸੋ ਨੈਕਸਟ ਚੱਲਦੇ ਹਾਂ ਜੀ ਆਪਾਂ। ਸਾਡੇ ਕੋਲ ਹੁਣ ਹੈ ਜੀ ਟਿਪਸ ਟੂ ਇੰਪਰੂਵ ਯੂਅਰ ਕੰਸੈਂਟਰੇਸ਼ਨ, ਕਿ ਆਪਾਂ ਜਿਹੜੀਆਂ ਟਿਪਸ ਹੋਣਗੀਆਂ ਜਿੰਨਾ ਆਪਾਂ ਆਪਣੀ ਜਿਹੜੀ ਕੰਸੈਂਟਰੇਸ਼ਨ ਹੈ, ਆਪਣੀ ਜਿਹੜੀ ਅਟੈਂਸ਼ਨ ਹੈ ਕਿਸੇ ਚੀਜ਼ ਦੇ ਵੱਲ ਸਾਡੀ ਅਟੈਂਸ਼ਨ ਹੈ ਉਸ ਨੂੰ ਆਪਾਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ, ਉਹ ਆਪਾਂ ਦੇਖਾਂਗੇ। ਕੁਝ ਕੁ ਟਿਪਸ ਹੋਣਗੀਆਂ ਸਾਡੇ ਕੋਲ। ਸੋ ਹੈ ਜੀ to increase or improve concentration level you should first try and make yourself more immune to distractions। so ਇੱਥੇ ਜਿਹੜਾ word distractions ਆਇਆ ਹੈ, ਇਹ word ਜੇ ਆਪਾਂ ਕੁਝ ਗੱਲ ਕਰ ਲਈਏ ਤਾਂ ਕਈ ਚੀਜ਼ਾਂ ਸਾਨੂੰ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀ ਸਾਨੂੰ ਆਪਾਂ ਕੋਈ ਵੀ ਕੰਮ ਕਰ ਰਹੀ ਹੋਈਏ ਆਪਾਂ ਫੋਨ ਹੀ ਲੈ ਲੈਂਦੇ ਹਾਂ। ਕਿ ਜਦ ਵੀ ਆਪਾਂ ਸਪੋਜ਼ ਕਰੋ ਕਿ ਆਪਾਂ ਫੋਨ ਦਾ ਮੋਬਾਈਲ ਡਾਟਾ ਔਨ ਰਹਿਣ ਦਿੱਤਾ ਤੇ ਸਾਨੂੰ ਜਿਹੜੇ ਬਾਰ-ਬਾਰ ਆਪਾਂ ਪੜ੍ਹਨੇ ਵੀ ਬੈਠ ਜਾਈਏ ਤੇ ਸਾਨੂੰ ਜਿਹੜੇ ਨੋਟੀਫਿਕੇਸ਼ਨ ਹੈ ਉਹ ਬਾਰ-ਬਾਰ ਜਿਹੜੇ ਆ ਜਦੋਂ ਵੀ ਆਉਂਦੇ ਆ ਅਸੀਂ ਉਸੇ ਵੇਲੇ ਉਹਦੇ ਵੱਲ ਡਿਸਟਰੈਕਟ ਹੋ ਜਾਂਦੇ ਹਾਂ ਕਿ ਅਸੀਂ ਭਟਕ ਜਾਂਦੇ ਹਾਂ। ਉਸੇ ਵੇਲੇ ਅਸੀਂ ਆਪਣਾ ਕੰਮ ਛੱਡ ਕੇ ਉਸੇ ਵੇਲੇ ਜਿਹੜਾ ਫੋਨ ਨੂੰ ਫੜ ਲੈਂਦੇ ਹਾਂ ਕਿ ਦੇਖੀਏ ਕਿ ਕਿਸ ਦਾ ਮੈਸੇਜ ਆਇਆ। ਸਭ ਤੋਂ ਪਹਿਲਾਂ ਜੇ ਆਪਾਂ ਚਾਹੁੰਦੇ ਹਾਂ ਕਿ ਸਾਡੀ ਕੰਸੈਂਟਰੇਸ਼ਨ ਲੈਵਲ ਹੈ ਸਾਡਾ ਇੰਪਰੂਵ ਹੋਵੇ ਤਾਂ ਸਾਨੂੰ ਇਸ ਡਿਸਟਰੈਕਸ਼ਨਸ ਨੂੰ ਜਿਹੜਾ ਹੈ ਰਿਮੂਵ ਕਰਨਾ ਚਾਹੀਦਾ ਹੈ। ਆਪਣੇ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ, ਜੇ ਆਪਾਂ ਹੁਣ ਫੋਨ ਤੋਂ ਸਟੱਡੀ ਕਰ ਰਹੇ ਹਾਂ ਮੰਨ ਲਓ, ਤਾਂ ਆਪਾਂ ਜਿਹੜੇ ਆਪਣੀ ਸੈਟਿੰਗਸ ਦੇ ਵਿੱਚ ਜਾ ਕੇ ਜਿਹੜੇ ਵੀ ਐਪਸ ਸਾਨੂੰ ਜਿਹੜੇ ਆ ਜਿਹਨਾਂ ਦੀ ਨੋਟੀਫਿਕੇਸ਼ਨ, ਜਿਵੇਂ WhatsApp ਹੋ ਗਿਆ, ਜਿੰਨੇ ਵੀ ਸੋਸ਼ਲ ਮੀਡੀਆ ਹੈਗੇ ਨੇ WhatsApp, Instagram, Facebook, ਆਪਾਂ ਇਹਨਾਂ ਦੇ ਨੋਟੀਫਿਕੇਸ਼ਨ ਪੈਨਲ ਜਿਹੜੇ ਆ ਉਹ ਬੰਦ ਕਰ ਸਕਦੇ ਹਾਂ ਤਾਂ ਜੋ ਸਾਨੂੰ ਜਿਹੜੇ ਨੋਟੀਫਿਕੇਸ਼ਨ ਨਾ ਆ ਸਕੇ ਤੇ ਸਾਡਾ ਜਿਹੜਾ ਧਿਆਨ ਹੈ ਉਹ ਡਾਇਵਰਟ ਨਾ ਹੋ ਸਕੇ। ਸੋ ਸੈਕਿੰਡ ਹੈ ਜੀ ਸਾਡੇ ਕੋਲ ਕੰਟਰੋਲ ਯੂਅਰ ਥਾਟਸ। ਸੋ ਜੇ ਆਪਾਂ ਚਾਹੁੰਦੇ ਹਾਂ ਕਿ ਸਾਡੀ ਕੰਸੈਂਟਰੇਸ਼ਨ ਲੈਵਲ ਹੈ ਉਹ ਇਨਹੈਂਸ ਹੋਵੇ ਤਾਂ ਸਾਨੂੰ ਜਿਹੜੀ ਪਹਿਲੀ ਟਿਪ ਹੈ ਸਾਨੂੰ ਆਪਣੇ ਥੋਟਸ ਨੂੰ ਜਿਹੜਾ ਕੰਟਰੋਲ ਕਰਨਾ ਆਉਣਾ ਚਾਹੀਦਾ ਹੈ। ਸਪੋਜ਼ ਕਰ ਲਓ ਕਿ ਅਸੀਂ ਪਾਠ ਕਰਨ ਹੀ ਬੈਠਦੇ ਹਾਂ ਜਦ ਵੀ ਸਾਨੂੰ ਜਿਹੜੇ ਆ ਇੱਧਰ ਉੱਧਰ ਦੇ ਜਿਹੜੇ ਬੜੇ ਹੀ ਸਾਨੂੰ ਫੁਰਨੇ ਸਾਡੇ ਮਨ ਦੇ ਵਿੱਚ ਆਉਂਦੇ ਨੇ। ਇਹ ਸਾਇੰਟੀਫਿਕਲੀ ਪ੍ਰੂਵ ਹੀ ਹੋਇਆ ਹੈ ਕਿ ਸਾਨੂੰ ਜਿਹੜੇ ਪਾਠ ਕਰਦੇ ਸਮੇਂ ਸਾਨੂੰ ਜਿਹੜੇ ਫੁਰਨੇ ਆ ਉਹ ਜ਼ਿਆਦਾ ਆਉਂਦੇ ਨੇ ਕਿ ਇਹਨਾਂ ਫੁਰਨਿਆਂ ਦੇ ਵਿੱਚ ਜਦੋਂ ਆਪਾਂ ਤੁਰ ਲੈਂਦੇ ਹਾਂ ਸਾਡੀ ਜਿਹੜੀ ਕੰਸੈਂਟਰੇਸ਼ਨ ਲੈਵਲ ਹੈ ਸਾਨੂੰ ਧਿਆਨ ਨਹੀਂ ਦਿੰਦਾ, ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਆਪਾਂ ਕਿਸ ਟਾਈਮ ਤੇ ਜਿਹੜਾ ਸਾਡਾ ਪਾਠ ਖਤਮ ਵੀ ਹੋ ਗਿਆ, ਕਿਹੜੇ ਟਾਈਮ ਆਪਾਂ ਸ਼ੁਰੂ ਕੀਤਾ ਸੀ। ਸੋ ਇਹ ਜੇ ਆਪਾਂ ਗੱਲ ਕਰੀਏ ਤਾਂ ਕਈ ਵਾਰੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਸਪੋਜ਼ ਕਰ ਲਓ ਕਿ ਤੁਸੀਂ ਇੱਕ ਰੋਡ ਤੇ ਖੜੇ ਹੋ ਤਾਂ ਉਹਦੇ ਵਿੱਚ ਜਿਹੜੀਆਂ ਕਾਰਾਂ, ਗੱਡੀਆਂ, ਜਿੰਨੇ ਵੀ ਮੋਟਰਸਾਈਕਲ ਹੋਣਗੇ ਉਹ ਆਉਂਦੇ ਜਾਂਦੇ ਰਹਿਣਗੇ। ਇਸੇ ਤਰ੍ਹਾਂ ਹੀ ਪਰ ਅਸੀਂ ਉਹਨਾਂ ਨੂੰ ਦੇਖਦੇ ਹੀ ਰਵਾਂਗੇ। ਸੋ ਇਸੇ ਤਰ੍ਹਾਂ ਹੀ ਅਸੀਂ ਸੇਮ ਬੇਸਿਕਲੀ ਕਰਨਾ ਹੈ। ਜਦ ਵੀ ਅਸੀਂ ਪਾਠ ਕਰ ਰਹੇ ਹੋਈਏ ਜਾਂ ਕੋਈ ਵੀ ਆਪਾਂ ਸਹਿਜ ਪਾਠ ਲੈ ਲਈਏ ਤਾਂ ਆਪਾਂ ਪੜ੍ਹ ਵੀ ਰਹੀਏ ਹੋਈਏ ਤਾਂ ਆਪਾਂ ਜਿੰਨੇ ਸਾਨੂੰ ਥੋਟਸ ਆਉਂਦੇ ਨੇ ਆਪਾਂ ਇਹਨਾਂ ਦੇ ਨਾਲ ਜਾਣਾ ਨਹੀਂ ਹੈ, ਇਹਨਾਂ ਨੂੰ ਤੁਰਨਾ ਨਹੀਂ ਹੈ, ਸਗੋਂ ਇਹਨਾਂ ਨੂੰ ਆਪਣੇ ਤੋਂ ਹਟਾਉਣਾ ਹੈ। ਆਪਾਂ ਜਿਹੜਾ ਹੈ ਇੱਕੋ ਥਾਂ ਤੇ ਖਲੋਤੇ ਰਹਿਣਾ ਹੈ, ਇਹਨਾਂ ਦੇ ਨਾਲ ਜਿਹੜਾ ਹੈ ਉਹ ਬਹਿਣਾ ਨਹੀਂ ਹੈ। ਜਦ ਵੀ ਅਸੀਂ ਜਿਹੜੇ ਸਾਡੇ ਥੋਟਸ ਦਿਮਾਗ ਦੇ ਵਿੱਚ ਆਉਂਦੇ ਨੇ ਜਦੋਂ ਆਪਾਂ ਇਹਨਾਂ ਬਾਰੇ ਹੋਰ ਸੋਚਣ ਲੱਗ ਜਾਂਦੇ ਹਾਂ ਸਾਡੀ ਜਿਹੜੀ ਕੰਸੈਂਟਰੇਸ਼ਨ ਹੈ ਉਹ ਸਾਡੇ ਤੋਂ ਖੁੰਝ ਜਾਂਦੀ ਹੈ। ਸੋ ਫਿਰ ਜਿਹੜੀ ਸਾਡੀ ਕੰਸੈਂਟਰੇਸ਼ਨ ਸਾਡੀ ਸ਼ੁਰੂ ਤੇ ਰਹਿੰਦੀ ਹੈ ਉਹ ਬਾਅਦ ਦੇ ਵਿੱਚ ਜਿਹੜੀ ਹੈ ਉਹ ਸਾਡੀ ਕੰਸੈਂਟਰੇਸ਼ਨ ਨਹੀਂ ਰਹਿੰਦੀ। ਸੋ ਉਸ ਤੋਂ ਬਾਅਦ ਹੈ ਜੀ ਪ੍ਰੈਕਟਿਸ। ਸੋ ਅਸੀਂ ਕੰਸੈਂਟਰੇਸ਼ਨ ਨੂੰ ਲੈਵਲ ਨੂੰ ਇੰਪਰੂਵ ਕਰਨ ਵਾਸਤੇ ਪ੍ਰੈਕਟਿਸ ਕੀ ਕਰਨੀ ਹੈ ਕਿ ਆਪਾਂ ਸਡੂਕੋ ਖੇਡ ਸਕਦੇ ਹਾਂ। ਸਾਰਿਆਂ ਨੂੰ ਪਤਾ ਹੋਏਗਾ, ਜੇ ਸਭ ਨੂੰ ਪਤਾ ਹੈ ਸਡੂਕੋ ਕੀ ਹੁੰਦੀ ਹੈ ਪਲੀਜ਼ ਫਾਈਲ ਲਿਖ ਦਿਓ ਚੈਟ ਦੇ ਵਿੱਚ। ਸੋ ਜੇ ਆਪਾਂ ਸਡੂਕੋ ਖੇਡ ਸਕਦੇ ਹਾਂ, ਹੋਰ ਕੀ ਵਾਰ ਆਪਾਂ ਜੋ ਇੰਗਲਿਸ਼ ਨਿਊਜ਼ਪੇਪਰ ਦੇ ਵਿੱਚ ਕ੍ਰੋਸਵਰਡ ਦੀ ਗੇਮਿੰਗ ਹੁੰਦੀਆਂ, ਹਾਂਜੀ ਵਾਈ ਲਿਖ ਦਿੱਤਾ ਜੀ। ਸੋ ਇੰਗਲਿਸ਼ ਦੀ ਨਿਊਜ਼ਪੇਪਰ ਦੇ ਜੇ ਤੁਸੀਂ ਦੇਖਿਆ ਹੋਏ ਤਾਂ ਉਸਦੇ ਵਿੱਚ ਨਾ ਹਰ ਰੋਜ਼ ਹੀ ਕ੍ਰੋਸਵਰਡ ਗੇਮ ਹੁੰਦੀ ਹੈ ਇੱਕ, ਆਪਾਂ ਉਸ ਨੂੰ ਖੇਡ ਸਕਦੇ ਹਾਂ ਤੇ ਉਸ ਦੇ ਨਾਲ ਸਾਡੀ ਪ੍ਰੈਕਟਿਸ ਹੈ,
ਸਾਡੀ ਜਿਹੜੀ ਕੰਸੈਂਟਰੇਸ਼ਨ ਲੈਵਲ ਹੈ ਪ੍ਰੈਕਟਿਸ ਦੇ ਵਿਰੁੱਧ ਹਨਾ ਤੇ ਸਾਡਾ ਉਹ ਇਨਹੈਂਸ ਹੋਏਗਾ। ਅਸੀਂ ਜਿਹੜੀ ਸਾਡੀ ਕੰਸੈਂਟਰੇਸ਼ਨ ਦਾ ਪੱਧਰ ਹੈ ਉਹ ਦਿਨ ਦਿਨ ਫਿਰ ਵੱਧਦਾ ਜਾਏਗਾ। ਇੱਕ ਹੋਰ ਜੀ ਇੱਕ ਚੀਜ਼ ਮੈਂ ਦੇਖ ਰਿਹਾ ਸੀਗਾ ਕਿ ਮੈਂ ਵੀ ਕਿਤੇ ਸੁਣਿਆ ਸੀਗਾ ਕਿ ਜੇ ਆਪਾਂ ਆਪਣੀ ਕੰਸੈਂਟਰੇਸ਼ਨ ਲੈਵਲ ਨੂੰ ਮੋਰ ਬਣਾਉਣਾ ਚਾਹੁੰਦੇ ਹਾਂ, ਆਪਾਂ ਇਨਹੈਂਸ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਜਿਹੜੀ ਹੈ ਡੇਲੀ ਬੁੱਕਸ ਪੜ੍ਹੀਏ। ਬੁੱਕਸ ਦੇ ਸਾਨੂੰ ਇਹ ਨਹੀਂ ਕਿ ਸਾਡੇ ਨਾਲ ਇਕੱਲੀ ਕੰਸੈਂਟਰੇਸ਼ਨ ਲੈਵਲ ਸਾਡਾ ਇਨਹੈਂਸ ਹੋਏਗਾ, ਇਹਦੇ ਨਾਲ ਸਾਡੀ ਵੋਕੈਬਲਰੀ ਇਨਹੈਂਸ ਹੋਏਗੀ, ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਅਸੀਂ ਦਿਨ ਦਿਨ ਕ੍ਰੀਏਟਿਵ ਬਣਦੇ ਜਾਵਾਂਗੇ ਜਿਉਂ-ਜਿਉਂ ਅਸੀਂ ਵੱਧ ਤੋਂ ਵੱਧ ਬੁੱਕਸ ਪੜ੍ਹਾਂਗੇ ਹਨਾ ਤੇ ਅਸੀਂ ਜਿਹੜਾ ਸਾਨੂੰ ਪਤਾ ਲੱਗੇਗਾ ਕਿ ਉਹ ਜਿਹੜਾ ਲੇਖਕ ਹੈ ਉਹ ਆਪਣੀ ਕੀ ਭਾਵਨਾਵਾਂ ਕੀ ਇਮੋਸ਼ਨ ਸਾਨੂੰ ਦੱਸ ਰਿਹਾ ਹੈ। ਅਸੀਂ ਇੱਕ ਹਿਸਾਬ ਦੇ ਨਾਲ ਪੂਰਾ ਜਿਸ ਤਰ੍ਹਾਂ ਰੀਡ ਕਰਨ ਦੇ ਨਾਲ ਆਪਾਂ ਪੂਰਾ ਵਰਲਡ ਘੁੰਮ ਸਕਦੇ ਹਾਂ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਰੀਡਿੰਗ ਕਰਨ ਦੀ ਵੀ ਜਿਹੜੀ ਹੈਬਿਟ ਹੈ ਸਾਨੂੰ ਪਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਡੀ ਕੰਸੈਂਟਰੇਸ਼ਨ ਲੈਵਲ ਹੈ ਉਹ ਇੰਪਰੂਵ ਹੁੰਦਾ ਹੈ ਜੀ। ਸੋ ਉਸ ਤੋਂ ਬਾਅਦ ਹੈ ਜੀ ਮੈਡੀਟੇਟ। ਸੋ ਇਹ ਜਿਹੜੀ ਟਿਪ ਹੈ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਜੀ। ਜੇ ਆਪਾਂ ਗੱਲ ਕਰੀਏ ਤਾਂ ਸਾਨੂੰ ਗੁਰੂ ਸਾਹਿਬਾਨ ਜੀ ਨੇ ਬਹੁਤ ਹੀ ਵੱਡਾ ਖਜ਼ਾਨਾ ਅਮੁੱਲ ਖਜ਼ਾਨਾ ਬਖਸ਼ਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦੇ ਵਿੱਚ ਸਾਨੂੰ ਗੁਰੂ ਸਾਹਿਬਾਨ ਜੀ ਹਰ ਰੋਜ਼ ਮੋਟੀਵੇਟ ਕਰਦੇ ਨੇ ਕਿ ਤੂੰ ਬੰਦਾ ਕਿ ਤੂੰ ਆਪਣੀ ਲਾਈਫ ਦੇ ਵਿੱਚ ਇਹ ਕਰਨਾ ਹੈ। ਜਿਸ ਤਰ੍ਹਾਂ ਗੁਰਬਾਣੀ ਦਾ ਵੀ ਫਰਮਾਨ ਹੈ ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਮੇ ਖੋਏ। ਆਪਾਂ ਜਿਹੜਾ ਗੁਰੂ ਮੰਤਰ ਤੇ ਮੂਲ ਮੰਤਰ ਦਾ ਪਾਠ ਕਰਕੇ ਜਿਹੜਾ ਹੈ ਮੈਡੀਟੇਟ ਕਰ ਸਕਦੇ ਹਾਂ। ਇਸ ਦੇ ਨਾਲ ਸਾਡੀ ਜਿਹੜੀ ਕੰਸੈਂਟਰੇਸ਼ਨ ਲੈਵਲ ਹੈ ਉਹ ਦਿਨ ਬ ਦਿਨ ਜਿਹੜਾ ਹੈ ਉਹ ਵਧੇਗਾ ਹੀ। ਸੋ ਇਹ ਵੀ ਹੈ ਜੀ। ਸੋ ਨੈਕਸਟ ਸਾਨੂੰ ਇੱਕ ਗੁਰਬਾਣੀ ਦਾ ਫਰਮਾਨ ਹੈ ਜੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਸੋ ਇਹ ਗੁਰੂ ਸਾਹਿਬਾਨ ਜੀ ਨੇ ਸਾਨੂੰ ਕੰਸੈਂਟਰੇਸ਼ਨ ਦੇ ਵਿਰੁੱਧ ਦੇ ਵੱਲ ਦੱਸਦੇ ਹਨ ਕਿ ਸਾਨੂੰ ਜਿਹੜੀ ਕੰਸੈਂਟਰੇਸ਼ਨ ਆਪਣੀ ਸਾਨੂੰ ਆਪਣੇ ਅੰਦਰ ਵੱਲ ਜਿਹੜੀ ਸਾਨੂੰ ਕੰਸੈਂਟਰੇਸ਼ਨ ਕਰਨੀ ਚਾਹੀਦੀ ਹੈ ਕਿ ਮੇਰੇ ਅੰਦਰ ਹੈ ਕੀ, ਆਪਣੇ ਅੰਦਰ ਦੇਖਣਾ ਹੈ ਕਿ ਕਿਉਂਕਿ ਪ੍ਰਮਾਤਮਾ ਸਾਡੇ ਬਾਹਰ ਨਹੀਂ ਸਗੋਂ ਸਾਡੇ ਅੰਦਰ ਵਸਦਾ ਹੈ। ਤੇ ਆਪਾਂ ਜਿਹੜੇ ਜਦ ਆਪਾਂ ਆਪਣੇ ਹਰ ਰੋਜ਼ ਖੋਜ ਕਰਾਂਗੇ ਆਪਣੇ ਅੰਦਰ ਦੀ, ਆਪਣੇ ਅੰਦਰ ਦੇਖਾਂਗੇ, ਆਪਣੇ ਆਪ ਦੀ ਇੰਟਰੋਸਪੈਕਸ਼ਨ ਕਰਾਂਗੇ ਤਾਂ ਇਸ ਦੇ ਨਾਲ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਹਾਂ ਵੀ ਮੈਂ ਕਿੱਥੇ ਸਟੈਂਡ ਕਰਦਾ ਹਾਂ, ਕਿਹੜੀ ਅਬਿਲਿਟੀਜ਼ ਮੇਰੇ ਵਿੱਚ ਹੈ, ਕਿਹੜੀ ਚੀਜ਼ ਨਹੀਂ ਹੈ ਮੇਰੇ ਵਿੱਚ। ਆਪਾਂ ਇਸ ਵਾਸਤੇ ਸਵੋਟ ਐਨਾਲਿਸਿਸ ਵੀ ਕਰ ਸਕਦੇ ਹਨ। ਸੋ ਇਹ ਸਾਡੇ ਗੁਰੂ ਸਾਹਿਬਾਨ ਜੀ ਦਾ ਇਹ ਫਰਮਾਨ ਵੀ ਮੈਨੂੰ ਬਹੁਤ ਵਧੀਆ ਲੱਗਦਾ ਹੈ ਜੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਜਦੋਂ ਅਸੀਂ ਆਪਣੇ ਆਪ ਨੂੰ ਆਪਣੇ ਅੰਦਰ ਨੂੰ ਰੋਜ਼ ਖੋਜਦੇ ਹਾਂ ਸਾਨੂੰ ਹਰ ਰੋਜ਼ ਕੋਈ ਨਵਾਂ ਐਕਸਪੀਰੀਅੰਸ ਹੋਵੇਗਾ, ਫਿਰ ਸਾਨੂੰ ਕੋਈ ਵੀ ਜਿਹੜੀ ਪਰੇਸ਼ਾਨੀ ਹੈ ਕੋਈ ਵੀ ਜਿਹੜੀ ਸਾਨੂੰ ਦਿੱਕਤ ਹੈ ਉਹ ਨਹੀਂ ਹੋਵੇਗੀ ਜੀ। ਸੋ ਨੈਕਸਟ ਵਧਦੇ ਹਾਂ ਜੀ ਆਪਾਂ। ਸੋ ਅੱਗੇ ਨੈਕਸਟ ਸਟੈਪ ਹੈ ਜੀ ਸਾਡੇ ਕੋਲ ਸਟਿਕ ਟੂ ਏ ਰੂਟੀਨ ਐਂਡ ਸਟੱਡੀ ਸਕੈਡਿਊਲ। ਕਿ ਆਪਾਂ ਜਿਹੜਾ ਜੇ ਆਪਾਂ ਚਾਹੁੰਦੇ ਹਾਂ ਕਿ ਸਾਡੀ ਕੰਸੈਂਟਰੇਸ਼ਨ ਵਧੇ ਸਾਨੂੰ ਜਿਹੜਾ ਆਪਣਾ ਜੋ ਆਪਾਂ ਡੇਲੀ ਜਿਹੜਾ ਰੂਟੀਨ ਬਣਾਇਆ ਹੈ ਸਾਨੂੰ ਉਸਦੇ ਉੱਤੇ ਪੂਰਾ ਜਿਹੜਾ ਪਹਿਰਾ ਦੇਣਾ ਚਾਹੀਦਾ। ਸਾਨੂੰ ਉਸਦੇ ਉੱਤੇ ਪੂਰਾ ਖੜੇ ਉਤਰਨਾ ਚਾਹੀਦਾ। ਜੇ ਸਪੋਜ਼ ਕਰ ਲਓ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਫੀਲਡ ਦੇ ਵਿੱਚ ਮੈਂ ਸਕਸੈਸ ਹਾਸਲ ਕਰਨੀ ਹੈ ਤਾਂ ਉਸਦੇ ਵਾਸਤੇ ਤੁਹਾਨੂੰ ਜਿਹੜਾ ਇੱਕ ਰੂਟੀਨ ਬਣਾਉਣਾ ਪਵੇਗਾ। ਕਿਉਂਕਿ ਜਿਹੜਾ ਸਾਡਾ ਇਹ ਜਿਹੜਾ ਇੱਕ ਦਿਨ ਦਾ ਸਾਨੂੰ ਸਕਸੈਸ ਮਿਲਦਾ ਇੱਕ ਨਾ ਇੱਕ ਦਿਨ ਸਾਨੂੰ ਸਕਸੈਸ ਮਿਲਦੀ ਹੈ। ਜਿਸ ਨੇ ਪੂਰੇ ਜਿਹੜਾ ਪੂਰੀ ਧਿਆਨ ਦੇ ਨਾਲ ਪੂਰੇ ਕੰਸੈਂਟਰੇਸ਼ਨ ਪੂਰੇ ਫੋਕਸ ਦੇ ਨਾਲ ਉਸਦੇ ਉੱਪਰ ਵਰਕ ਕਰੀਏ ਤਾਂ ਸਾਨੂੰ ਜ਼ਰੂਰ ਹੈ ਕਿ ਇੱਕ ਨਾ ਇੱਕ ਦਿਨ ਸਾਨੂੰ ਸਕਸੈਸ ਮਿਲੇਗੀ। ਸੋ ਉਸ ਜਿਹੜਾ ਸਕਸੈਸ ਦਾ ਰਾਜ ਹੈ ਉਹ ਸਾਡੇ ਡੇਲੀ ਰੂਟੀਨ ਦੇ ਵਿੱਚ ਛੁਪਿਆ ਹੁੰਦਾ ਹੈ, ਨਾ ਕਿ ਪੂਰੇ ਸਾਲ ਦੀ ਮਿਹਨਤ ਦੇ ਵਿੱਚ। ਆਪਾਂ ਜੋ ਇੱਕ ਦਿਨ ਦੇ ਵਿੱਚ ਕਰ ਰਹੇ ਹਾਂ ਉਸਦੇ ਵਿੱਚ ਉਹਦੇ ਤੇ ਡਿਸਾਈਡ ਹੁੰਦਾ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਸਕਸੈਸ ਹਾਸਲ ਕਰ ਸਕਦੇ ਹਾਂ ਜੀ ਕਿ ਨਹੀਂ ਕਰ ਸਕਦੇ। ਸੋ ਸਟੱਡੀ ਸਕੈਡਿਊਲ ਦੀ ਵੀ ਜੇ ਮੈਂ ਗੱਲ ਕਰਾਂ ਤੇ ਸਾਨੂੰ ਆਪਣੇ ਸਟੱਡੀ ਸਕੈਡਿਊਲ ਨੂੰ ਤੇ ਪੂਰਾ ਸਟ੍ਰਿਕਟ ਰਹਿਣਾ ਚਾਹੀਦਾ। ਜੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਕਲਾਸ ਦੇ ਵਿੱਚੋਂ ਹਾਈਅਰ ਪਰਸੈਂਟੇਜ ਸਿਕਿਉਰ ਕਰੀਏ ਤਾਂ ਉਸਦੇ ਵਾਸਤੇ ਸਾਨੂੰ ਜਿਹੜਾ ਸਟੱਡੀ ਸਕੈਡਿਊਲ ਬਣਾਉਣਾ ਚਾਹੀਦਾ ਹੈ। ਤੇ ਜੇ ਆਪਾਂ ਗੱਲ ਕਰੀਏ ਤਾਂ ਇਹ ਆਪਾਂ ਬੜੇ ਹੀ ਇਫੈਕਟਿਵ ਢੰਗ ਦੇ ਨਾਲ ਬਣਾ ਸਕਦੇ ਹਾਂ। ਆਪਾਂ ਗੂਗਲ ਅੰਕਲ ਤੋਂ ਪੁੱਛ ਸਕਦੇ ਹਾਂ, ਸਾਨੂੰ ਬੜਾ ਕੁਝ ਦੱਸਣਗੇ। ਆਪਾਂ ਸਿਰਫ ਲਿਖਣਾ ਕੀ ਹੈ, ਸਾਡਾ ਕੰਮ ਇਹ ਹੈ ਕਿ ਅਸੀਂ ਕੀ ਲਿਖਣਾ ਹੈ ਸਟੱਡੀ ਸਕੈਡਿਊਲ, ਹਾਊ ਟੂ ਮੇਕ ਸਟੱਡੀ ਸਕੈਡਿਊਲ। ਤੇ ਉਹ ਸਾਨੂੰ ਕਿੰਨੇ ਹੀ ਚੀਜ਼ਾਂ ਦੇ ਦੇਗਾ ਕਿ ਮੈਂ ਕਿੱਦਾਂ ਆਪਣਾ ਸਟੱਡੀ ਸਕੈਡਿਊਲ ਬਣਾ ਸਕਦਾ। ਹੋਰ ਤਾਂ ਹੋਰ ਆਪਾਂ ਜਿਵੇਂ ਵੀ ਆਪਾਂ ਜਦ ਵੀ ਆਪਾਂ ਸਟੱਡੀ ਸਕੈਡਿਊਲ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਉਸ ਪਰਮਾਤਮਾ ਵਾਹਿਗੁਰੂ ਅੱਗੇ ਅਰਜ਼ੋਈ ਕਰੀਏ ਕਿ ਇਹ ਪਰਮਾਤਮਾ ਵਾਹਿਗੁਰੂ ਮੈਨੂੰ ਬਲ ਬਖਸ਼, ਮੈਂ ਆਪਣੇ ਸਟੱਡੀ ਦਾ ਸਕੈਡਿਊਲ ਬਣਾਉਣ ਲੱਗਾ ਤੇ ਇਹ ਮੇਰਾ ਜਿਹੜਾ ਹੈ ਆਪੇ ਹੀ ਮੇਰਾ ਮਿਹਰ ਭਰੇ ਹੱਥ ਰੱਖ ਕੇ ਮੈਨੂੰ ਇਸ ਤੇ ਪੂਰਾ ਉਤਰਵਾ ਦੇਈ। ਕਿਉਂਕਿ ਅਸੀਂ ਜਿਹੜਾ ਮਨੁੱਖ ਹੈ ਉਹ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ। ਜੋ ਕੁਝ ਕਰਨ ਯੋਗ ਹੈ ਕਰਨਹਾਰ ਹੈ ਉਹ ਪਰਮਾਤਮਾ ਵਾਹਿਗੁਰੂ ਹੀ ਹੈ। ਸੋ ਨੈਕਸਟ ਹੈ ਸਾਡੇ ਕੋਲ ਟਿਪ ਹੈ ਜੀ ਸਟੱਡੀ ਇਨ ਅ ਕੁਆਇਟ ਇਨਵਾਇਰਨਮੈਂਟ। ਕਿ ਸਾਨੂੰ ਜਦ ਵੀ ਆਪਾਂ ਪੜ੍ਹਨਾ ਹੈ ਤਾਂ ਆਪਾਂ ਇੱਕ ਜਿਹੜਾ ਹੈ ਉਹ ਇੱਕ ਸ਼ਾਂਤਚਿੱਤ ਮਾਹੌਲ ਦੇ ਵਿੱਚ ਪੜ੍ਹੀਏ। ਜੇ ਆਪਾਂ ਗੱਲ ਕਰੀਏ ਤਾਂ ਕਈ ਵਾਰੀ ਸਾਡੇ ਨਾਲ ਏਦਾਂ ਹੁੰਦਾ ਕਿ ਅਸੀਂ ਪੜ੍ਹਨ ਬੈਠਦੇ ਹਾਂ ਤੇ ਲਾਗੇ ਛਾਗੇ ਸ਼ੋਰ ਬਹੁਤ ਹੋ ਰਿਹਾ ਹੁੰਦਾ ਤੇ ਉਹ ਜਦ ਵੀ ਉਹ ਸ਼ੋਰ ਹੁੰਦਾ ਹੈ ਤਾਂ ਉਹਦੇ ਨਾਲ ਸਾਡੀ ਜਿਹੜਾ ਅਟੈਂਸ਼ਨ ਹੈ ਉਹ ਡਾਇਵਰਟ ਹੁੰਦੀ ਹੈ, ਨਾ ਕਿ ਸਾਡਾ ਜਿਹੜਾ ਧਿਆਨ ਹੈ ਅਸੀਂ ਉਸ ਤਰ੍ਹਾਂ ਕੰਸੈਂਟਰੇਸ਼ਨ ਆਪਣੀ ਸਟੱਡੀ ਦੇ ਉੱਪਰ ਨਹੀਂ ਕਰ ਪਾਉਂਦੇ।
ਇੱਕ ਤਾਂ ਸਾਡਾ ਇਹਦੇ ਸਾਡੇ ਦੋ ਜਿਹੜੀਆਂ ਡਿਸਐਡਵਾਂਟੇजेस ਹੈਗੀਆਂ ਨੇ, ਇੱਕ ਸਾਡਾ ਟਾਈਮ ਵੇਸਟ ਹੁੰਦਾ ਹੈ ਤੇ ਦੂਜਾ ਆਪਾਂ ਜਿਹੜਾ ਚੰਗੀ ਤਰ੍ਹਾਂ ਉਸ ਚੀਜ਼ ਨੂੰ ਪੜ੍ਹ ਵੀ ਨਹੀਂ ਪਾਉਂਦੇ। ਸੋ ਇਸ ਦੀਆਂ ਥੋੜ੍ਹੀਆਂ ਜਿਹੀਆਂ ਟਿਪਸ ਜਿਨ੍ਹਾਂ ਨੂੰ ਆਪਾਂ ਇੰਪਲੀਮੈਂਟ ਕਰਕੇ ਆਪਣੀ ਕੰਸੈਂਟਰੇਸ਼ਨ ਲੈਵਲ ਹੈ ਉਹਨੂੰ ਇਨਕਰੀਜ਼ ਕਰ ਸਕਦੇ ਹਾਂ ਜੀ। ਸੋ ਨੈਕਸਟ ਸਾਡੇ ਕੋਲ ਹੈ ਜੀ ਟਿਪ, ਇਹ ਵੀ ਟਿਪ ਹੈ ਜੀ ਇੱਕ, for a study break do something from what you have been doing, example walk around if you have been sitting and in a different area। ਸਪੋਜ਼ ਕਰ ਲਓ ਕਿ ਤੁਸੀਂ ਤੁਹਾਨੂੰ 2 ਘੰਟੇ ਹੋ ਗਏ ਪੜ੍ਹਦਿਆਂ ਨੂੰ, ਤੁਹਾਡਾ ਹੁਣ ਮੰਨ ਲਓ ਵੀ ਹੁਣ ਤੁਹਾਨੂੰ ਚਾਹੀਦਾ ਕਿ ਤੁਸੀਂ ਫਰੈਸ਼ ਹੋ ਜਾਓ ਥੋੜਾ, ਤੁਸੀਂ ਜਦ ਵੀ ਤੁਸੀਂ ਆਪਣਾ ਸਟੱਡੀ ਸਕੈਡਿਊਲ ਬਣਾਉਂਦੇ ਹੋ ਤਾਂ ਉਸਦੇ ਵਿੱਚ ਹਰੇਕ 2 ਘੰਟੇ ਦੀ ਸੀਰੀਜ਼ ਤੋਂ ਬਾਅਦ ਜਿੰਨਾ ਵੀ ਤੁਹਾਡਾ ਸਿਟਿੰਗ ਟਾਈਮ ਹੈ, ਜਿਹਨੂੰ ਤੁਸੀਂ ਆਪਣੀ ਸਿਟਿੰਗ ਬਣਾਈ ਹੋਈ ਹੈ, ਉਸ ਤੋਂ ਬਾਅਦ ਇੱਕ ਜਿਹੜਾ ਆਪਾਂ ਇੱਕ ਬ੍ਰੇਕ ਜ਼ਰੂਰ ਲਈਏ। ਤਾਂ ਉਸ ਬ੍ਰੇਕ ਦੇ ਵਿੱਚ ਆਪਾਂ ਜਿਹੜਾ ਹੈ ਉਹ ਆਪਾਂ ਆਪਣੇ ਛੱਤ ਦੇ ਉੱਪਰ ਜਾ ਕੇ ਤੁਰ ਸਕਦੇ ਹਾਂ, ਆਪਾਂ ਉਸ ਕਮਰੇ ਦੇ ਵਿੱਚ ਨਹੀਂ ਤੁਰਨਾ ਜਿਹਦੇ ਵਿੱਚ ਆਪਾਂ ਪੜ੍ਹ ਰਹੇ ਹਾਂ। ਤਾਂ ਇਸ ਨਾਲ ਵੀ ਜਿਹੜੀ ਸਾਡੀ ਕੰਸੈਂਟਰੇਸ਼ਨ ਹੈ ਉਹ ਇਨਹੈਂਸ ਹੋ ਸਕਦੀ ਹੈ। ਸੋ ਨੈਕਸਟ ਹੈ ਸਾਡੇ ਕੋਲ ਅਵੋਇਡ ਡੇ ਡ੍ਰੀਮਿੰਗ ਬਾਈ ਆਸਕਿੰਗ ਯੋਰਸੈਲਫ ਕੁਐਸਚਨਸ ਅਬਾਊਟ ਦ ਮਟੀਰੀਅਲ ਐਜ਼ ਯੂ ਸਟੱਡੀ ਇਟ। ਸੋ ਹੁਣ ਆਪਾਂ ਗੱਲ ਕਰੀਏ ਤਾਂ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹਾਂ ਯਾਰ ਵੀ ਇਹ ਕੀ ਹੋ ਜਾਏਗਾ, ਆਪਾਂ ਡੇ ਡ੍ਰੀਮਿੰਗ ਕਰਦੇ ਹਾਂ, ਆਪਾਂ ਸੁਪਨੇ ਲੈਂਦੇ ਹਾਂ ਕਿ ਹਾਂ ਵੀ ਜੇ ਮੈਂ ਪੜ੍ਹ ਲਿਆ, ਜੇ ਮੈਨੂੰ ਐਗਜ਼ਾਮ ਵਾਲੇ ਦਿਨ ਮੈਨੂੰ ਭੁੱਲ ਜਾਏਗਾ ਹਨਾ, ਤੇ ਫਿਰ ਮੇਰਾ ਕੀ ਹੋਏਗਾ। ਤਾਂ ਇਸ ਤਰ੍ਹਾਂ ਕਰਨ ਨਾਲ ਸਾਡੇ ਜਿਹੜੇ ਸੈਲਫ ਕੌਨਫੀਡੈਂਸ ਦਾ ਲੈਵਲ ਹੈ ਉਹ ਡੇ ਬਾਈ ਡੇ ਡਾਊਨ ਹੁੰਦਾ ਜਾਏਗਾ। ਸੋ ਇਸ ਦੀ ਬਜਾਏ ਆਪਾਂ ਜੋ ਸਾਨੂੰ ਫ੍ਰੀ ਟਾਈਮ ਮਿਲਦਾ ਹੈ, ਸਾਨੂੰ ਜਿਹੜਾ ਲੇਅਰ ਟਾਈਮ ਮਿਲਦਾ ਹੈ, ਆਪਾਂ ਉਸਦੇ ਵਿੱਚ ਜਿਹੜਾ ਆਪਣੇ ਆਪ ਨੂੰ ਕੁਐਸਚਨ ਪੁੱਟ ਕਰੀਏ, ਆਪਣਾ ਸੈਲਫ ਟੈਸਟ ਲਈਏ ਕਿ ਇਸ ਦੇ ਨਾਲ ਸਾਡੀ ਜਿਹੜੀ ਹੈ ਸੈਲਫ ਟੈਸਟ ਲਈਏ, ਆਪਣੇ ਆਪ ਨੂੰ ਕੁਐਸਚਨ ਪੁੱਟ ਕਰੀਏ, ਹਾਂ ਵੀ ਤੂੰ ਕੀ ਕੀਤਾ ਅੱਜ, ਆਪਣੇ ਅੰਦਰ ਨਾਲ ਗੱਲਾਂ ਕਰੀਏ। ਜਿਸ ਤਰ੍ਹਾਂ ਉਦ ਆਸਨ ਕਰੀਏ, ਉਦ ਆਸਨ ਭਾਵ ਕਿ ਆਪਣੇ ਨਾਲ ਆਸਨ ਕਰੀਏ, ਆਪਾਂ ਜਿਹੜਾ ਆਪਣੇ ਆਪ ਨੂੰ ਹੀ ਕੁਐਸਚਨ ਪੁੱਛੀਏ। ਸੋ ਇਹ ਵੀ ਇੱਕ ਬਹੁਤ ਵਧੀਆ ਟਿਪ ਹੈ ਜੀ। ਸੋ ਉਸ ਤੋਂ ਬਾਅਦ ਹੈ ਜੀ ਡੋਂਟ ਟਰਾਈ ਟੂ ਮਿਕਸ ਵਰਕ ਐਂਡ ਪਲੇ। ਕਦੇ ਵੀ ਇਹ ਨਾ ਕਰੋ ਕਿ ਆਪਣਾ ਜਿਹੜਾ ਵਰਕ ਹੈ ਤੇ ਪਲੇ ਹੈ, ਜੋ ਤੁਸੀਂ ਖੇਡਦੇ ਹੋ ਜਾਂ ਕੰਮ ਕਰਦੇ ਹੋ ਉਹਨਾਂ ਨੂੰ ਵੱਖਰਾ ਰੱਖੋ। ਜੇ ਤੁਸੀਂ ਸਪੋਜ਼ ਕਰ ਲਓ ਕਿ ਤੁਸੀਂ ਉਸੇ ਟਾਈਮ ਤੁਸੀਂ ਪੜ੍ਹਨ ਦਾ ਰੱਖ ਲੈਂਦੇ ਹੋ ਹਨਾ, ਤੇ ਉਹ ਪੜ੍ਹਨ ਦਾ ਟਾਈਮ ਅੱਧਾ ਵਿਚਾਲੇ ਤੇ ਵਿਚਾਲੇ ਤੁਸੀਂ ਜਿਹੜਾ ਆਪਣਾ ਖੇਡਣ ਦਾ ਟਾਈਮ ਰੱਖ ਦਿੰਦੇ ਹੋ, ਉਹ ਫਿਰ ਇੰਨਾ ਇਨਹੈਂਸਿਵ ਨਹੀਂ ਹੋਏਗਾ ਕਿ ਫਿਰ ਤੁਹਾਨੂੰ ਜਿਹੜੀ ਹੈ ਤੁਹਾਡਾ ਜਿਹੜਾ ਧਿਆਨ ਹੈ ਉਹ ਦਿਨ ਬ ਦਿਨ ਜਿਹੜਾ ਹੈ ਉਹ ਡਾਈਵਰਟ ਵੀ ਹੁੰਦਾ ਜਾਏਗਾ। ਸੋ ਕਦੀ ਵੀ ਇਹਨੂੰ ਮਿਕਸ ਕਰਨ ਦੀ ਕੋਸ਼ਿਸ਼ ਨਾ ਕਰੀਏ। ਸੋ ਨੈਕਸਟ ਹੈ ਸਾਡੇ ਕੋਲ ਵਾਟ ਇਜ਼ ਸਟੇਇੰਗ ਫੋਕਸਡ, ਕਿ ਆਪਾਂ ਸਟੇਇੰਗ ਫੋਕਸਡ ਹੈ ਕੀ। ਫੋਕਸਿੰਗ is generally used to describe a broader area of desired outcome। ਸੋ ਹੁਣ ਫੋਕਸ ਕੀ ਹੈ ਕਿ ਸਪੋਜ਼ ਕਰ ਲਓ ਕਿ ਅਸੀਂ ਆਪਣੇ ਲਾਈਫ ਦੇ ਵਿੱਚ ਇੱਕ ਗੋਲ ਲੈ ਲਿਆ ਕਿ ਮੈਂ ਉੱਥੇ ਪਹੁੰਚਣਾ ਹੈ, ਮੈਂ ਆਪਣੀ ਲਾਈਫ ਦੇ ਵਿੱਚ ਇਹ ਕਰਨਾ ਹੈ, ਜਾਂ ਮੈਂ ਉਹ ਵਾਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਹੈ, ਜਾਂ ਮੈਂ ਆਪਣੀ ਲਾਈਫ ਦੇ ਵਿੱਚ ਇਹ ਵਾਲਾ ਆਫਿਸਰ ਬਣਨਾ ਹੈ, ਮੈਂ ਇਹ ਵਾਲੀ ਚੀਜ਼ ਕਰਨੀ ਹੈ। ਤਾਂ ਆਪਾਂ ਉਸ ਚੀਜ਼ ਨੂੰ ਕਰਨ ਦੇ ਵਿੱਚ ਹਾਂ ਕਿ ਆਪਾਂ ਉਸ ਟਾਰਗੇਟ ਨੂੰ ਅਚੀਵ ਕਰਨ ਦੇ ਵਿੱਚ ਕੀ ਕਰਦੇ ਹਾਂ, ਸਾਡਾ ਧਿਆਨ ਹੈ, ਆਪਾਂ ਉਸ ਚੀਜ਼ ਨੂੰ ਜਿਹੜਾ ਹੈ ਇੱਕ ਬਰੋਡਰ ਕੰਸੈਪਟ ਹੈਗਾ, ਇੱਕ ਕੰਸੈਂਟਰੇਸ਼ਨ ਤਾਂ ਆਪਾਂ ਇੱਕ ਛੋਟੀ ਜੀ ਨੀਡਲ ਤੇ ਵੀ ਕਰ ਸਕਦੇ ਹਾਂ, ਪਰ ਇਹ ਜਿਹੜਾ ਫੋਕਸ ਹੈ ਇੱਕ ਬਰੋਡਰ ਕੰਸੈਪਟ ਹੈਗਾ, ਇੱਕ ਵੱਡਾ ਕੰਸੈਪਟ ਹੈ। ਸੋ ਬੇਸਿਕਲੀ ਸਟੇਇੰਗ ਫੋਕਸਡ। ਸੋ ਨੈਕਸਟ ਹੈ ਸਾਡੇ ਕੋਲ ਹਾਊ ਟੂ ਸਟੇ ਫੋਕਸਡ, ਕਿ ਆਪਾਂ ਫੋਕਸ ਕਿੱਦਾਂ ਰਹਿ ਸਕਦੇ ਹਾਂ। ਸੋ ਇਸ ਦੀ ਪਹਿਲੀ ਟਿਪ ਹੈ ਜੀ ਮੇਜ਼ਰ ਗੋਲਸ। ਜੋ ਅਸੀਂ ਮੈਂ ਪਿਛਲੇ ਸੈਸ਼ਨ ਦੇ ਵਿੱਚ ਵੀ ਆਪਣੀ ਗੱਲ ਕੀਤੀ ਸੀਗੀ, ਸਾਡੇ ਜਿਹੜੇ ਗੋਲ ਹੈ ਉਹ ਸਮਾਰਟ ਹੋਣੇ ਚਾਹੀਦੇ ਨੇ, ਐਸ ਤੋਂ ਸਪੈਸੀਫਿਕ, ਐਮ ਤੋਂ ਮੇਜ਼ਰੇਬਲ। ਅਸੀਂ ਜਿਹੜੇ ਆਪਣੇ ਗੋਲ ਨੂੰ ਮਾਇਰ ਕਰ ਸਕੀਏ, ਕਿ ਆਪਣਾ ਪ੍ਰੋਗਰੈਸ ਕਰ ਸਕੀਏ। ਹੁਣ ਆਪਾਂ ਆਪਣਾ ਗੋਲ ਸਪੈਸੀਫਿਕ ਇੱਕ ਕਰ ਲਿਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਇਹ ਕਰਨਾ ਹੈ, ਹੁਣ ਆਪਾਂ ਉਸਦੇ ਵੱਲ ਜਿਹੜਾ ਵਰਕ ਕਰ ਰਹੇ ਹਾਂ, ਆਪਾਂ ਡੇਲੀ ਉਸ ਨੂੰ ਜਿਹੜਾ ਹੈ ਕਰੀਏ ਕਿ ਮੈਂ ਇਸ ਗੋਲ ਨੂੰ ਕਿਉਂ ਕਰ ਰਿਹਾ, ਮੈਂ ਕੀ ਮੇਰਾ ਇਸ ਜੋ ਮੈਂ ਇਹ ਗੋਲ ਮਿੱਥਿਆ ਹੈ ਕਿ ਮੇਰਾ ਇਸ ਦੇ ਵੱਲ ਕੋਈ ਪ੍ਰੋਗਰੈਸ ਹੋਇਆ ਜਾਂ ਨਹੀਂ। ਸੋ ਆਪਾਂ ਆਪਣੇ ਗੋਲ ਨੂੰ ਮਾਇਰ ਕਰੀਏ। ਸੋ ਨੈਕਸਟ ਟਿਪ ਹੈ ਸਾਡੇ ਕੋਲ ਵਿਜ਼ੂਅਲਾਈਜ਼, ਕਿ ਆਪਾਂ ਵਿਜ਼ੂਅਲਾਈਜ਼ ਕਰੀਏ ਕਿ ਜੋ ਮੈਂ ਸਪੋਜ਼ ਕਰ ਲਓ ਕਿ ਮੈਂ ਇੱਕ IAS ਆਫਿਸਰ ਬਣਨਾ ਹੈ, ਤਾਂ ਆਪਾਂ ਵਿਜ਼ੂਅਲਾਈਜ਼ ਕਰੀਏ ਕਿ ਮੈਂ ਉਹ ਬਣ ਕੇ ਮੈਂ ਕਿੱਦਾਂ ਦਾ ਦਿਖਾਂਗਾ, ਕੀ ਹੋਵੇਗਾ ਜਦ ਮੈਂ ਉਹ ਬਣ ਜਾਵਾਂਗਾ। ਆਪਾਂ ਉਹ ਵਾਲਾ ਸੀਨ ਆਪਣੇ ਮਾਈਂਡ ਦੇ ਵਿੱਚ ਲਾਈਏ, ਤੇ ਇਸ ਤਰ੍ਹਾਂ ਆਪਾਂ ਜਿਹੜਾ ਆਪਣੀ ਜਿਹੜਾ ਏਮ ਦੇ ਵੱਲ ਹੋਰ ਫੋਕਸ ਹੋ ਸਕਾਂਗੇ ਜੀ। ਸੋ ਨੈਕਸਟ ਹੈ ਸਾਡੇ ਕੋਲ ਰਾਈਟ ਯੂਅਰ ਗੋਲਸ ਡਾਊਨ। ਆਪਾਂ ਜਿਹੜੇ ਆਪਣੇ ਗੋਲਸ ਹੈ ਉਹ ਲਿਖ ਕੇ ਰੱਖ ਲਈਏ, ਜਾਂ ਆਪਾਂ ਜਿੱਥੇ ਵੀ ਆਪਾਂ ਪੜ੍ਹਦੇ ਹਾਂ ਉਸਦੇ ਕੰਧ ਸਾਹਮਣੇ ਚਿਪਕਾ ਦਈਏ, ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਹਾਂ ਕਿ ਮੇਰਾ ਇਹ ਗੋਲ ਹੈ। ਸਾਨੂੰ ਬਾਰ-ਬਾਰ, ਕਿਉਂਕਿ ਸਾਡੀ ਜਿਹੜੀ ਮਾਈਂਡ ਦੀ ਜਿਹੜੀ ਹੈ ਇਹਨੂੰ ਭੁੱਲਣ ਦੀ ਬੜੀ ਬਿਮਾਰੀ ਹੈ। ਜੇ ਆਪਾਂ ਗੱਲ ਕਰੀਏ ਤਾਂ ਐਡਵਰਟੀਜ਼ਮੈਂਟ ਆਪਾਂ ਟੀਵੀ ਤੇ ਦੇਖਦੇ ਹਾਂ, ਤਾਂ ਉਹ ਜਦ ਵੀ ਕੋਈ ਵੀ ਅਜਿਹੀ ਐਡਵਰਟੀਜ਼ਮੈਂਟ ਨਹੀਂ ਹੈ ਜਿਹੜੀ 2-2 3-3 ਵਾਰ ਹਰੇਕ ਦਿਨ ਦੇ ਵਿੱਚ, ਜਿਹੜੀ ਇੱਕ ਐਡਵਰਟੀਜ਼ਮੈਂਟ ਹੈ ਅਪਰੋਕਸੀਮੇਟਲੀ 20 ਤੋਂ 25 ਵਾਰ ਇੱਕ ਦਿਨ ਦੇ ਵਿੱਚ ਆਉਂਦੀ ਹੀ ਆਉਂਦੀ ਹੈ। ਉਹ
ਧਿਆਨ ਉਹਦੇ ਵੱਲ divert ਹੋ ਸਕੇ ਕਿ ਆਪਾਂ ਸਾਨੂੰ ਪਤਾ ਲੱਗ ਸਕੇ ਕਿ ਹਾਂ ਕਿ ਸਾਡੇ ਦਿਮਾਗ ਨੂੰ ਚੇਤਾ ਰਹਿ ਸਕੇ ਕਿ ਇਹ ਵਾਲੀ ਚੀਜ਼ ਹੈ। ਆਪਾਂ ਕੁਝ ਕੁ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਕਿਤੇ ਦੇਖਦੇ ਆ ਕਿ ਹਾਂਜੀ ਅੱਜ ਇਹ ਵਾਲੀ ਚੀਜ਼ ਨਵੀਂ ਆਈ, ਇਸ ਤੋਂ ਪਤਾ ਲੱਗਦਾ ਹੈ। ਸਾਨੂੰ ਪਤਾ ਹੀ ਤਾਂ ਲੱਗਦਾ ਕਿ ਜਦ ਉਹ ਵਾਰ-ਵਾਰ ਜਿਹੜੇ ਸਾਨੂੰ ਦੱਸਦੇ ਨੇ ਤੇ ਉਹ ਸਾਡੇ ਜਿਹੜੇ ਮਾਈਂਡ ਤੇ ਜਿਹੜਾ ਹੈ ਇਫੈਕਟ ਪਾਉਂਦੀਆਂ ਨੇ। ਇਸੇ ਤਰ੍ਹਾਂ ਹੀ ਜਦ ਅਸੀਂ ਆਪਣਾ ਗੋਲ ਜਿਹੜਾ ਹੈ ਉਹ ਲਿਖ ਕੇ ਜਿੱਥੇ ਆਪਾਂ ਪੜ੍ਹਦੇ ਹਾਂ ਉਸ ਦੇ ਸਾਹਮਣੇ ਜਿੱਥੇ ਸਾਡੀ ਨਿਗਾਹ ਹਰ ਟਾਈਮ ਪੈਂਦੀ ਰਹੇ ਹਨਾ, ਤੇ ਆਪਾਂ ਜਦੋਂ ਉਸਨੂੰ ਲਿਖ ਕੇ ਰੱਖ ਲੈਂਦੇ ਹਾਂ ਤੇ ਸਾਡਾ ਜਿਹੜਾ ਮਾਈਂਡ ਹੈ ਉਸਨੂੰ ਚੇਤੇ ਹੁੰਦਾ ਹੈ ਕਿ ਮੈਂ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਹੈ। ਸੋ ਉਸ ਤੋਂ ਬਾਅਦ ਹੈ ਜੀ ਹੈਵ ਗੁੱਡ ਰੀਜ਼ਨਿੰਗ ਫॉर योर ਗੋਲਸ, ਕਿ ਸਾਨੂੰ ਆਪਣੇ ਗੋਲਸ ਵਾਸਤੇ ਵਾਈ ਕਲੀਅਰ ਹੋਣਾ ਚਾਹੀਦਾ ਕਿ ਮੈਂ ਇਹ ਵਾਲਾ ਗੋਲ ਜਿਹੜਾ ਹੈ ਕਿਉਂ ਚੂਜ਼ ਕੀਤਾ, ਕੀ ਕਾਰਨ ਹੋਣਗੇ ਕਿ ਸਾਨੂੰ ਇਹ ਸੋਚ ਕੇ ਆਪਣਾ ਜਿਹੜਾ ਗੋਲ ਹੈ ਡਿਸਾਈਡ ਕਰਨਾ ਚਾਹੀਦਾ। ਡਿਸੀਜਨ ਮੇਕਿੰਗ ਸਾਡੀ ਵਿੱਚ ਸਕਿੱਲ ਜਿਹੜੀ ਹੈ, ਜੇ ਆਪਾਂ ਲਾਈਫ ਦੇ ਵਿੱਚ ਹੋਣਾ ਚਾਹੁੰਦੇ ਹਾਂ ਕਿ ਆਪਾਂ ਸਕਸੈਸ ਚਾਹੁੰਦੇ ਹਾਂ, ਸਾਡੇ ਵਿੱਚ ਡਿਸੀਜਨ ਮੇਕਿੰਗ ਦੀ ਸਕਿੱਲ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਆਪਾਂ ਜਿਹੜੇ ਆਪਣੀ ਲਾਈਫ ਦੇ ਵਿੱਚ ਡਿਸੀਜਨ ਲੈਂਦੇ ਹਾਂ, ਕਿਉਂਕਿ ਇੱਕ ਛੋਟਾ ਜਿਹਾ ਡਿਸੀਜਨ ਵੀ ਸਾਡੀ ਲਾਈਫ ਦਾ ਜਿਹੜਾ ਹੈ ਉਹ ਜਿਹੜੀ ਪੂਰੀ ਲਾਈਫ ਸਾਡੀ ਚੇਂਜ ਕਰ ਸਕਦਾ ਹੈ। ਇੱਕ ਛੋਟਾ ਜਿਹਾ ਡਿਸੀਜਨ ਹੀ ਸਾਡੀ ਜਿਹੜੀ ਲਾਈਫ ਹੈ ਉਹ ਖਰਾਬ ਕਰ ਸਕਦਾ ਹੈ। ਸੋ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜਾ ਗੋਲ ਹੈ ਇਹ ਕਿਉਂ ਚੂਜ਼ ਕੀਤਾ। ਸੋ ਇਹ ਸੀਗੀਆਂ ਕੁਝ ਟਿਪਸ, ਜਿਸ ਤਰ੍ਹਾਂ ਆਪਾਂ ਇਸ ਤੋਂ ਹੋਰ ਵੀ ਹੈਗੇ ਨੇ ਜੀ। ਸੋ ਹੁਣ ਹੈ ਜੀ ਸਾਡੇ ਕੋਲ ਇੱਕ ਐਕਟੀਵਿਟੀ ਹੈ ਸਪੋਰਟ ਦਾ ਡਿਫਰੈਂਸ। ਇਹ ਵੀ ਸੇਮ ਉਸ ਨਾਲ ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤੀ ਹੈ ਕਿ ਇਹਨਾਂ ਦੋਵਾਂ ਫੋਟੋਆਂ ਨੂੰ ਤੁਸੀਂ ਐਨਾਲਿਸਿਸ ਕਰਨਾ ਹੈ ਤੇ ਦੱਸਣਾ ਹੈ ਕਿ ਇਹਨਾਂ ਦੋਵਾਂ ਦੇ ਵਿੱਚ ਕੀ ਡਿਫਰੈਂਸ ਹੈ। ਸੋ ਤੁਸੀਂ ਇਸ ਨੂੰ ਚੈਟ ਬਾਕਸ ਦੇ ਵਿੱਚ ਵੀ ਜਾਂ ਤੁਸੀਂ ਹੈਂਡ ਰੇਜ਼ ਕਰਕੇ ਵੀ ਦੱਸ ਸਕਦੇ ਹੋ ਜੀ। ਸਨ, ਹਾਂਜੀ। ਪਬ ਟਰੀ ਸਨ, ਹਾਂਜੀ ਬਹੁਤ ਵਧੀਆ ਜੀ। ਡੌਗ ਸਾਈਡ, ਹਾਂਜੀ ਬਹੁਤ ਵਧੀਆ ਜੀ। ਟਰੀ, ਹਾਂਜੀ ਬਹੁਤ ਵਧੀਆ ਜੀ। ਰਨਿੰਗ ਆਫ ਡੌਗ, ਹਾਂਜੀ। ਹੋਮ, ਨਹੀਂ ਜੀ ਹੋਮ ਨਹੀਂ ਹੈ ਜੀ। ਬਰਡ, ਟਰੀ, ਹੋਰ ਜੀ ਹੋਰ ਇੱਕ ਹੋਰ ਲੱਭੋ, ਇੱਕ ਹੋਰ ਹੈ ਜੀ। ਬਰਡ ਡਾਇਰੈਕਸ਼ਨ, 3 ਡॉट्स, ਹਾਂਜੀ। ਵਾਟਰ ਬੋਟਲ, ਹਾਂਜੀ ਬਹੁਤ ਵਧੀਆ ਜੀ। ਬੋਏ ਹੈਂਡ ਥਿੰਗ, ਹਾਂਜੀ ਬਹੁਤ ਵਧੀਆ ਜੀ। ਸਕੂਲ ਲਿਖਿਆ ਹੋਇਆ, ਹਾਂਜੀ ਬਹੁਤ ਵਧੀਆ ਜੀ। ਹੋਰ ਜੀ ਹੋਰ ਸਾਰੇ ਐਕਟਿਵਲੀ ਪਾਰਟਿਸਿਪੇਟ ਕਰੀਏ ਜੀ। ਲੇਬਲ, ट्री बिहाइंड स्कूल, हाँ जी। ताए, हाँ जी। डोर, हाँ जी। सन, टाई। सो जी हुण असीं आपां अपने नैक्सट दे वल वधदे हां जी। आप सब दा बहुत बहुत धन्नवाद, बड़ा ही एक्टिवली पार्टिसिपेट किया आप सब ने। सो आपां अगे वधदे हां जी। सो हुण आपां देखांगे कि की सानूं बेनीफिट्स होणगे जे आपां एक कंसंट्रेशन अपने विच लै आउने आ, आपां फोकस भी हो जाने आ, सानूं ओहदे की बेनीफिट्स होणगे। सो पहले बेनीफिट है साडे कोल कंप्लीट कंट्रोल ऑफ योर थॉट्स। साडा जिहड़ा साडे उपर जिहड़ा जद भी असां कंसंट्रेशन हो जाने आ, आपां स्टे पूरे कंसंट्रेशन आ, कोई भी आपां काम कर रहे हां तां साडा पूरा अटेंशन ओहदे विच है, तां साडा जिहड़ा साडे विच जिहड़ा बाहर दे जिहड़े फालतू जिहड़े एक्सटर्नल जिहड़े थॉट्स ने साडे माइंड दे विच नहीं आउणगे। साडे जिहड़े माइंड दे विच ओह रिलेटेड कोट्स ही जिहड़े आ ओही आउणगे जी। सो उस तो बाद है जी इंप्रूवड डिसीजनस। जिवें पहला गल कीती कि साडा एक डिसीजन साडी लाइफ दे जिहड़ा है ओह खराब कर सकदा है ते एक डिसीजन सानू लाइफ दे विच जिहड़ा है ओह बहुत वधिया कर सकदा है। सो इस दे नाल कंसंट्रेशन ते फोकस रहन नाल साडी जिहड़ी है डिसीजन मेकिंग स्किल भी साडी जिहड़ी है इनहैंस हुंदी है जी। सो उस तो बाद साडे कोल सैल्फ कॉन्फिडेंस, साडा विश्वास वधदा है। ਜਦੋਂ ਵੀ ਅਸੀਂ ਕੋਈ ਕੰਮ ਕਰ ਰਹੇ ਹਾਂ, ਸਪੋਜ਼ ਕਰ ਲਓ ਕਿ ਆਪਾਂ ਉਹਨੂੰ ਪੂਰੇ ਕੰਸੰਟ੍ਰੇਸ਼ਨ ਦੇ ਨਾਲ ਕੀਤਾ, ਸਾਨੂੰ ਵਿਸ਼ਵਾਸ ਹੋਏਗਾ ਕਿ ਮੈਂ ਇਹ ਪੂਰੀ ਕੰਸੰਟ੍ਰੇਸ਼ਨ ਦੇ ਨਾਲ ਕੀਤਾ ਕਿ ਫਿਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਇਸ ਦੇ ਵਿੱਚੋਂ ਚੰਗਾ ਸਕੋਰ ਕਰਾਂਗਾ ਕਿਉਂਕਿ ਮੈਂ ਇਹਨੂੰ ਪੂਰੇ ਕੰਸੰਟ੍ਰੇਸ਼ਨ ਦੇ ਨਾਲ ਕੀਤਾ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸੈਲਫ ਕੌਨਫੀਡੈਂਸ ਵੀ ਜਿਹੜਾ ਹੈ ਉਹ ਬਿਲਡ ਹੁੰਦਾ ਹੈ। ਸੋ ਉਸ ਤੋਂ ਬਾਅਦ ਹੈ ਜੀ ਬੈਟਰ ਮੈਮਰੀ। ਸਾਡੀ ਜਿਹੜੀ ਮੈਮਰੀ ਹੈ, ਸਾਡੀ ਅਬਿਲਿਟੀ ਟੂ ਰਿਮੈਂਬਰ ਸਮਵਨ ਔਰ ਸਮ ਪੀਪਲ, ਇਹ ਸਾਡੀ ਜਿਹੜੀ ਹੈ ਵੱਧਦੀ ਹੈ ਜਦੋਂ ਅਸੀਂ ਪੂਰੇ ਕੰਸੰਟਰੇਟ ਹੋ ਜਾਂਦੇ ਹਾਂ। ਸਪੋਜ਼ ਕਰ ਲਓ ਕਿ ਤੁਸੀਂ ਸਕੂਲ ਪੜ੍ਹਦੇ ਹੋ, ਹੁਣ ਤਾਂ ਵੈਸੇ ਸਕੂਲ ਅਸੀਂ ਜਾਂਦੇ ਨਹੀਂ, ਤੇ ਜੇ ਮੰਨ ਲਓ ਕਿ ਸਾਡੀ ਆਨਲਾਈਨ ਕਲਾਸ ਹੀ ਲੱਗ ਰਹੀ ਹੈ ਤਾਂ ਆਪਾਂ ਉਹਦੇ ਵੱਲ ਜਿਹੜਾ ਚੰਗੀ ਤਰ੍ਹਾਂ ਕੰਸੰਟਰੇਸ਼ਨ ਨਹੀਂ ਕਰਦੇ, ਆਪਾਂ ਧਿਆਨ ਨਹੀਂ ਦਿੰਦੇ, ਮੈਡਮ ਜੋ ਬੋਲਦੇ ਆ ਉਹ ਬੋਲੇ ਜਾਂਦੇ, ਆਪਾਂ ਆਪਣੇ ਹੀ ਜਿਹੜੇ ਆ ਕੰਮ ਦੇ ਵਿੱਚ ਲੱਗੇ ਹੁੰਦੇ ਆ, ਤੇ ਉਹਦੇ ਨਾਲ ਜਿਹੜੀ ਸਾਡੀ ਮੈਮਰੀ ਸਕਿੱਲ ਹੈ ਉਹ ਸਾਡੀ ਡਿਕਰੀਜ਼ ਹੋਏਗੀ ਵਧਣ ਦੀ ਬਜਾਏ। ਸੋ ਸਾਨੂੰ ਕੋਈ ਵੀ ਆਪਾਂ ਪਰਟੀਕੂਲਰ ਐਕਟੀਵਿਟੀ ਕਰ ਰਹੇ ਹਾਂ ਤਾਂ ਸਾਨੂੰ ਉਹਦੇ ਵਿੱਚ ਫੋਕਸ ਤੇ ਕੰਸੰਟਰੇਟਡ ਹੋਣਾ ਬਹੁਤ ਜ਼ਰੂਰੀ ਹੈ। ਸੋ ਉਸ ਤੋਂ ਬਾਅਦ ਹੈ ਜੀ ਇਨਕਰੀਜ਼ ਵਿਲ ਪਾਵਰ। ਸਾਡੀ ਜਿਹੜੀ ਵਿਲ ਪਾਵਰ ਹੈ, ਹੁਣ ਇਹ ਇੱਥੇ ਵਿਲ ਪਾਵਰ ਹੈ ਜੀ ਦ ਐਬਿਲਿਟੀ ਟੂ ਕੰਟਰੋਲ ਆਰ ਇਮੋਸ਼ਨਸ ਇਨ ਡਿਫਿਕਲਟ ਸਿਚੁਏਸ਼ਨਸ। ਜੋ ਵੀ ਸਾਡੇ ਇਮੋਸ਼ਨ ਹੁੰਦੇ ਨੇ, ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਤਾਂ ਇਮੋਸ਼ਨਸ ਸਾਡੀ ਜਿਹੜੀਆਂ ਫੀਲਿੰਗਸ ਹੁੰਦੀਆਂ ਨੇ,
ਉਹ ਜੇ ਵੀ ਸਾਡੇ ਕੋਲ ਡਿਫਿਕਲਟ ਸਿਚੁਏਸ਼ਨ ਆ ਜਾਂਦੀ ਹੈ, ਹੁਣ ਜਿਵੇਂ ਕਰੋਨਾ ਦੀ ਪੈਂਡੈਮਿਕ ਚੱਲ ਰਿਹਾ, ਤਾਂ ਸਾਡੀ ਜਿਹੜੀ ਆ ਸਾਡੇ ਕੋਲ ਕੰਸੈਂਟਰੇਸ਼ਨ ਪਾਵਰ ਹੋਏਗੀ, ਸਾਡੀ ਜਿਹੜੀ ਉਸ ਦੇ ਵਿੱਚ ਉਸ ਨੂੰ ਕਰੋਨਾ ਨੂੰ ਟੈਕਲ ਕਰਨ ਦੀ ਜਿਹੜੀ ਸਾਡੀ ਅਬਿਲਿਟੀ ਹੈ ਉਹ ਜ਼ਿਆਦਾ ਹੋਏਗੀ। ਸੋ ਇਸ ਨਾਲ ਸਾਡੀ ਵਿਲ ਪਾਵਰ ਵੀ ਇਨਕਰੀਜ਼ ਹੁੰਦੀ ਹੈ ਜੀ। ਸੋ ਨੈਕਸਟ ਹੈ ਸਾਡੇ ਕੋਲ ਕੀਪਸ ਯੂ ਔਨ ਟਰੈਕ। ਸੋ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਪੂਰੇ ਫੋਕਸਡ ਹਾਂ ਕਿ ਮੈਂ ਇਸ ਗੋਲ ਤੇ ਪਹੁੰਚਣਾ ਹੀ ਪਹੁੰਚਣਾ ਹੈ, ਤਾਂ ਅਸੀਂ ਜਿਹੜਾ ਹੈ ਉਸ ਟਰੈਕ ਦੇ ਵਿੱਚ ਰਹਿੰਦੇ ਹਾਂ ਕਿ ਅਸੀਂ ਉਸ ਚੀਜ਼ ਦੇ ਵੱਲ ਪੂਰਾ ਤੁਰਦੇ ਹਾਂ ਕਿ ਹਾਂ ਮੈਨੂੰ ਇਹ ਵਾਲੇ ਇਸ ਚੀਜ਼ ਤੱਕ ਪਹੁੰਚਣ ਲਈ ਮੈਨੂੰ ਪਹਿਲਾਂ ਇੱਥੇ ਪਹੁੰਚਣਾ ਪਏਗਾ, ਫਿਰ ਮੈਨੂੰ ਇਹ ਵਾਲੀ ਚੀਜ਼ ਕਰਨੀ ਪਏਗੀ, ਫਿਰ ਮੈਨੂੰ ਇਹ ਵਾਲੀ ਚੀਜ਼ ਕਰਨੀ ਪਏਗੀ, ਤੇ ਫਿਰ ਮੈਂ ਆਪਣੇ ਜਿਹੜੇ ਆ ਏਮ ਤੱਕ ਪਹੁੰਚ ਸਕਦਾ ਹਾਂ। ਸੋ ਨੈਕਸਟ ਹੈ ਸਾਡੇ ਕੋਲ ਇਨਕਰੀਜ਼ਿਸ એનર્ਜੀ ਲੈਵਲ। ਸਾਡੀ ਜਿਹੜੀ ਬੋਡੀ ਦੀ એનર્ਜੀ ਹੈ, ਸਾਡੀ ਕੰਮ ਕਰਨ ਦੀ ਜਿਹੜੀ ਅਬਿਲਿਟੀ ਹੈ, ਸਾਡੀ ਜਿਹੜੀ ਪ੍ਰੋਡਕਟਿਵਿਟੀ ਹੈ ਕਿਸੇ ਕੰਮ ਦੇ ਨਾਲ ਲੈ ਕੇ ਉਹ ਸਾਡੀ ਜਿਹੜੀ ਹੈ ਇਨਕਰੀਜ਼ ਹੁੰਦੀ ਹੈ। ਅਸੀਂ ਪੂਰੇ ਫੋਕਸਡ ਹੁੰਦੇ ਹਾਂ ਕਿ ਵੀ ਕੰਮ ਵੱਲ। ਲਿਫਟ ਯੂਅਰ ਸਪਿਰਿਟ। ਸਾਡੀ ਜਿਹੜੀ ਸਪਿਰਿਟ ਹੈ, ਸਾਡੀ ਜਿਹੜੀ ਆਤਮਾ ਹੈ, ਉਹ ਜਿਹੜੀ ਹੈ ਬੜੀ ਹੀ ਫਿਰ ਉਸ ਨੂੰ ਹੁੰਦਾ ਕਿ ਹਾਂ ਵੀ ਮੈਂ ਇਹ ਕੰਮ ਕਰਨਾ ਹੈ। ਸਾਡੀ ਜਿਹੜੀ ਸਪਿਰਿਟ ਹੈ ਕਿਸੇ ਕੰਮ ਦੇ ਪ੍ਰਤੀ ਉਹ ਵੀ ਜਿਹੜੀ ਹੈ ਉਹ ਵੱਧਦੀ ਹੈ ਜੀ। ਸੋ ਇਹ ਸੀਗੀਆਂ ਕਿ ਇਸ ਦੇ ਸਾਡੇ ਕੋਲ ਬੈਨੀਫਿਟਸ ਕਿ ਕਿਵੇਂ ਜੇ ਸਾਡੇ ਕੋਲ ਕੰਸੈਂਟਰੇਸ਼ਨ ਪਾਵਰ ਆ ਜਾਂਦੀ ਹੈ, ਸਾਡੇ ਕੋਲ ਫੋਕਸ ਕਰਨ ਦੀ ਅਬਿਲਿਟੀ ਆ ਜਾਂਦੀ ਹੈ, ਤਾਂ ਅਸੀਂ ਇਹ ਵਾਲੇ ਸਾਨੂੰ ਬੈਨੀਫਿਟਸ ਜਿਹੜੇ ਆ ਹੋਣਗੇ। ਸੋ ਨੈਕਸਟ ਹੈ ਸਾਡੇ ਕੋਲ ਫੈਕਟਰਸ ਅਫੈਕਟਿੰਗ ਕੰਸੈਂਟਰੇਸ਼ਨ ਐਂਡ ਫੋਕਸ। ਕਿਹੜੇ ਫੈਕਟਰਸ ਹੋਣਗੇ ਜਿਹੜੇ ਜਿਸ ਤਰ੍ਹਾਂ ਸਾਡੀ ਜਿਹੜੀ ਕੰਸੈਂਟਰੇਸ਼ਨ ਸਕਿੱਲ ਹੈ, ਸਾਡੇ ਫੋਕਸ ਹੈ, ਉਹ ਜਿਹੜੇ ਅਫੈਕਟ ਹੋਵੇਗੀ। ਸੋ ਇਸ ਦਾ ਮੇਨ ਕੋਜ਼ ਇਹੀ ਹੈ ਕਿ ਡਿਸਟਰੈਕਸ਼ਨ, ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਡਿਸਟਰੈਕਸ਼ਨ ਇਜ਼ ਐਨੀਥਿੰਗ ਦੈਟ ਡਰਾਜ਼ ਦ ਮਾਈਂਡਸ ਅਵੇ ਔਰ ਡਾਇਵਰਟ ਮਨਸ ਅਟੈਂਸ਼ਨ। ਜੋ ਸਾਡੀ ਜਿਹੜੀ ਧਿਆਨ ਨੂੰ ਭਟਕਾਉਂਦੀ ਹੈ, ਤਾਂ ਉਹ ਜਿਹੜੀ ਮੇਨ ਚੀਜ਼ ਹੈ ਜਿਹੜੀ ਸਾਡੀ ਜਿਸ ਤਰ੍ਹਾਂ ਕੰਸੈਪਸ਼ਨ ਦੇ ਵਿੱਚ ਜਿਹੜੀ ਰੇੜਕਾ ਬਰਕਰਾਰ ਕਰਦੀ ਹੈ ਉਸ ਡਿਸਟਰੈਕਸ਼ਨ। ਤਾਂ ਆਪਾਂ ਉਸ ਡਿਸਟਰੈਕਸ਼ਨ ਨੂੰ ਐਨਾਲਿਸਿਸ ਕਰਨਾ ਹੈ ਕਿ ਕਿਹੜੀ ਚੀਜ਼ ਮੈਨੂੰ ਡਿਸਟਰੈਕਟ ਕਰ ਰਹੀ ਹੈ, ਮੇਰੇ ਪਾਥ ਤੋਂ ਮੇਰੇ ਏਮ ਤੋਂ ਜਾਣ ਨੂੰ ਮੈਨੂੰ ਰੋਕਣ ਦੇ ਵਾਸਤੇ ਕਿਹੜੀ ਚੀਜ਼ ਡਿਸਟਰੈਕਟ ਕਰਦੀ ਹੈ। ਜਦ ਸਾਨੂੰ ਇਹ ਵਾਲੀ ਅਬਿਲਿਟੀ ਆ ਗਈ ਤਾਂ ਸਾਨੂੰ ਕੋਈ ਵੀ ਜਿਹੜਾ ਹੈ ਉਹ ਨਹੀਂ ਰੋਕ ਸਕਦਾ ਸਕਸੈਸ ਹਾਸਲ ਕਰਨ ਤੋਂ। ਸੋ ਇਹ ਸੀਗੇ ਫੈਕਟਰਸ। ਸੋ ਨੈਕਸਟ ਹੈ ਸਾਡੇ ਕੋਲ ਪ੍ਰੋਡਕਟਿਵਿਟੀ। ਸੋ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਹੈ ਕਿ ਪ੍ਰੋਡਕਟਿਵਿਟੀ ਕੀ ਹੁੰਦੀ, ਤੁਹਾਡੇ ਮੁਤਾਬਿਕ ਪ੍ਰੋਡਕਟਿਵਿਟੀ ਕੀ ਹੈ, ਤੁਸੀਂ ਚੈਟ ਬਾਕਸ ਦੇ ਵਿੱਚ ਪਲੀਜ਼ ਲਿਖ ਸਕਦੇ ਹੋ ਜੀ। ਤੁਸੀਂ ਚੈਟ ਹੈਂਡ ਰੇਜ਼ ਕਰਕੇ ਵੀ ਦੱਸ ਸਕਦੇ ਹੋ ਜੀ ਕਿ ਤੁਹਾਡੇ ਮੁਤਾਬਿਕ ਪ੍ਰੋਡਕਟਿਵਿਟੀ ਕੀ ਹੈ। ਸੋ ਆਪਾਂ ਨੈਕਸਟ ਤੇ ਵਧਦੇ ਹਾਂ ਜੀ। Productivity is the ability of an individual, team or organization to work efficiently within that in order to maximize output। ਕਿ ਆਪਾਂ ਕਿਸ ਤਰ੍ਹਾਂ ਇੱਕ ਕੰਮ ਨੂੰ ਆਪਾਂ ਕਿਸ ਤਰ੍ਹਾਂ ਲੈਂਦੇ ਹਾਂ, ਆਪਾਂ ਉਸ ਕੰਮ ਨੂੰ ਕਿਸ ਤਰ੍ਹਾਂ ਕਰਦੇ ਹਾਂ, ਸਾਡੀ ਅਬਿਲਿਟੀ ਕਿ ਆਪਾਂ ਉਸ ਦੇ ਵਿੱਚ ਜਿਹੜੀ ਹੈ ਮੈਕਸਿਮਮ ਆਊਟਪੁੱਟ ਲੈ ਸਕੀਏ। ਸਾਡਾ ਅਬਿਲਿਟੀ ਟੂ ਵਰਕ, ਸਾਡੀ ਕੰਮ ਕਰਨ ਦੀ ਜਿਹੜੀ ਹੈ ਤਕਨੀਕ ਹੈ, ਉਤਪਾਦਕ। ਹਾਂਜੀ ਬਹੁਤ ਵਧੀਆ ਜੀ। ਸੋ ਇਹ ਸਾਡੀ ਜਿਹੜੀ ਹੈ ਪ੍ਰੋਡਕਟਿਵਿਟੀ ਉਹ ਕਮਾਉਂਦੀ ਹੈ ਕਿ ਜੇ ਆਪਾਂ ਸਾਡੀ ਕੰਮ ਕਰਨ ਦੀ ਅਸੀਂ ਕਿਸੇ ਕੰਮ ਨੂੰ ਐਫੀਸ਼ੀਐਂਟਲੀ ਕਿਵੇਂ ਕਰਦੇ ਹਾਂ। ਸੋ ਇਹ ਹੈ ਜੀ ਪ੍ਰੋਡਕਟਿਵਿਟੀ। ਹੁਣ ਨੈਕਸਟ ਹੈ ਸਾਡੇ ਕੋਲ ਕਿਵੇਂ ਆਪਾਂ ਆਪਣੇ ਅੰਦਰ ਪ੍ਰੋਡਕਟਿਵਿਟੀ ਡਿਵੈਲਪ ਕਰ ਸਕਦੇ ਹਾਂ ਜੀ। ਪਿਕ ਏ ਫਿਊ ਗੋਲ ਟੂ ਵਰਕ ਔਨ ਇਟ। ਕਿ ਆਪਾਂ ਇੱਕ ਗੋਲ ਰੱਖੀਏ ਕਿ ਹਾਂ ਮੈਂ ਇਸ ਤੇ ਕੰਮ ਕਰਨਾ ਹੈ, ਇਸ ਤੋਂ ਬਜਾਏ ਕਿ ਆਪਾਂ 2-3 ਗੋਲ ਰੱਖੀਏ। ਆਪਾਂ ਇੱਕ ਹੀ ਗੋਲ ਰੱਖੀਏ ਜਿਸ ਤੇ ਆਪਾਂ ਫੋਕਸ ਤੇ ਕੰਸੈਂਟਰੇਟ ਕਰ ਸਕਦੇ ਹਾਂ, ਤੇ ਉਸ ਦੀ ਵੇਲੇ ਸਾਡਾ ਜਿਹੜਾ ਕੰਮ ਹੈ ਉਹ ਬੜਾ ਹੀ ਵਧੀਆ, ਬੜੇ ਹੀ ਪ੍ਰੋਡਕਟਿਵ ਢੰਗ ਨਾਲ ਹੋਵੇਗਾ। ਇਹ ਸੀਗੀ ਪਹਿਲੀ ਟਿਪ ਸਾਡੀ ਕੋਲ। ਸੋ ਉਸ ਤੋਂ ਬਾਅਦ ਜੀ ਸਟਾਪ ਕੰਪੇਅਰਿੰਗ ਯੋਰਸੈਲਫ ਟੂ ਅਦਰ ਪੀਪਲ। ਆਪਣੇ ਆਪ ਨੂੰ ਕੰਪੇਅਰ ਕਰਨਾ ਛੱਡ ਦਿਓ, ਕਿਉਂਕਿ ਸਭ ਦਾ ਆਪਣਾ ਆਪਣਾ ਦਿਮਾਗ ਹੈ, ਸਭ ਦੀ ਆਪਣੀ ਆਪਣੀ ਅਬਿਲਿਟੀ ਹੈ। ਕਿਉਂਕਿ ਗੁਰੂ ਸਾਹਿਬ ਨੇ ਜਿਵੇਂ ਆਪਾਂ ਗੱਲ ਕਰੀਏ ਤਾਂ ਬਰਨਤ ਭਿੰਨ ਭਿੰਨ ਤੋਂ ਹੀ ਤੇਤੀ। ਸਾਰੇ ਉਸ ਵਾਹਿਗੁਰੂ ਨੂੰ ਆਪਣੀ ਆਪਣੀ ਜਿਹੜੀ ਹੈ ਅਬਿਲਿਟੀ ਦੇ ਅਨੁਸਾਰ, ਆਪਣੀ ਆਪਣੀ ਮੱਤ ਦੇ ਅਨੁਸਾਰ, ਆਪਣੀ ਆਪਣੀ ਅਕਲ ਦੇ ਅਨੁਸਾਰ ਉਸ ਨੂੰ ਗਾ ਰਹੇ ਹਨ। ਕਿ ਸਾਡੀ ਸਾਰਿਆਂ ਦੀ ਜਿਹੜੀ ਮੱਤ ਹੈ ਉਹ ਸਾਡੇ ਵੱਖਰੀ ਵੱਖਰੀ ਹੈ। ਕਿ ਇਹ ਸਾਡੀ ਡਿਪੈਂਡ ਕਰਦਾ ਕਿ ਵੈਸੇ ਤਾਂ ਗੁਰੂ ਸਾਹਿਬਾਨ ਨੇ ਸਾਨੂੰ ਸਾਰਿਆਂ ਨੂੰ ਦਿਮਾਗ ਤੇ ਇੱਕ ਹੀ ਦਿੱਤਾ ਹੈ। ਇਹ ਸਾਡਾ ਡਿਪੈਂਡ ਕਰਦਾ ਕਿ ਆਪਾਂ ਸਾਡੀ ਡੇਲੀ ਰੂਟੀਨ ਕੀ ਹੈ, ਤੇ ਆਪਾਂ ਉਸ ਦੇ ਵਿੱਚ ਹੀ ਕਹਿ ਸਕਦੇ ਹਾਂ ਕਿ ਹਾਂ ਵੀ ਇਹ ਵਾਲਾ ਪੀਪਲ, ਇਹ ਵਾਲਾ ਬੱਚਾ ਹੈ, ਇਹ ਮੇਰੇ ਨਾਲੋਂ ਡਿਫਰੈਂਟ ਹੈ। ਸਾਡਾ ਇਹ ਜਿਹੜਾ ਰਾਜ ਹੈ, ਇਹ ਜਿਹੜਾ ਸੀਕ੍ਰੇਟ ਹੈ, ਸਾਡੀ ਜਿਹੜੀ ਡੇਲੀ ਰੂਟੀਨ ਦੇ ਵਿੱਚ ਹੀ ਛੁਪਿਆ ਹੁੰਦਾ ਹੈ। ਸਾਨੂੰ ਆਪਣੇ ਆਪ ਨੂੰ ਕਦੇ ਵੀ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਸਾਨੂੰ ਜਿਹੜੀ ਹੈ ਸਾਡੀ ਜਿਹੜੀ ਐਂਜ਼ਾਈਟੀ ਹੈ ਉਹੀ ਵਧੇਗੀ, ਸਾਨੂੰ ਇਸ ਦੇ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ। ਸੋ ਉਸ ਤੋਂ ਬਾਅਦ ਹੈ ਜੀ ਗਿਲਟ ਡਜ਼ਨਟ ਮੋਟੀਵੇਟ ਬਟ ਇਟ ਡਜ਼ ਸੋ ਐਟ ਹਾਈ ਕੋਸਟ ਐਂਡ ਵਿਦ ਅ ਲੋਟਸ ਆਫ ਸਾਈਡ ਇਫੈਕਟਸ। ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ, ਜਦੋਂ ਆਪਾਂ ਕਿਸੇ ਨੂੰ ਆਪਣੇ ਆਪ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਿੱਤਾ, ਸਾਡਾ ਜਿਹੜਾ ਆਪਣਾ ਪਾਥ ਹੈ ਜਿਸ ਨੂੰ ਆਪਾਂ ਚੂਜ਼ ਕੀਤਾ ਹੈ, ਸਾਡਾ ਉਸ ਤੋਂ ਧਿਆਨ ਜਿਹੜਾ ਹੈ ਉਹ ਡਾਈਵਰਟ ਹੋ ਜਾਏਗਾ। ਤੇ ਇਸ ਦੇ ਸਾਨੂੰ ਮੁੱਲ ਜਿਹੜਾ ਹੈ ਸਾਨੂੰ ਬੜਾ ਚੁਕਾਉਣਾ ਪਵੇਗਾ। ਅਸੀਂ
ਮੋਟੀਵੇਟਿਵ ਨਹੀਂ ਹੁੰਦੇ, ਅਸੀਂ ਨੋਨ ਮੋਟੀਵੇਟਿਵ ਹੋਈ ਜਾਂਦੇ ਆ ਕਿ ਹਾਂ ਵੀ ਉਹ ਮੇਰੇ ਨਾਲੋਂ ਇੰਨਾ ਵੱਡਾ ਹੈ, ਉਹ ਇਹ ਕੰਮ ਕਰਦਾ ਹੈ, ਮੈਂ ਤਾਂ ਕੁਝ ਵੀ ਨਹੀਂ ਕਰਦਾ, ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਕੰਮ ਕਰਨ ਦੀ ability ਹੁੰਦੀ ਹੈ। ਸਾਡੇ ਕੋਲ with a lot of less of anxiety ਕਿ ਆਪਾਂ ਜਿਹੜਾ ਕੰਮ ਕਰਨਾ ਹੈ ਕੋਈ ਵੀ ਸਾਡੇ ਵਿੱਚ ਉਸ ਟਾਈਮ ਕੋਈ ਵੀ ਚਿੰਤਾ ਨਹੀਂ ਹੋਣੀ ਚਾਹੀਦੀ, ਆਪਾਂ ਉਹਨੂੰ ਬੜੇ ਪੇਸ਼ੈਂਸਲੀ ਕਰਨਾ ਹੈ, ਆਪਾਂ ਬੜੇ ਹੀ ਪਿਆਰ ਦੇ ਨਾਲ ਬੜੀ ਹੀ ਨਿਮਰਤਾ ਨਾਲ ਕੋਈ ਵੀ ਕੰਮ ਨੂੰ ਕਰਨਾ ਹੈ। ਸਾਡੀ ਜਿਹੜੀ ਉਸ ਕੰਮ ਨੂੰ ਕਰਨ ਦੀ ਜਿਹੜੀ ਉਸ ਪ੍ਰਤੀ ਜਿਹੜੀ ਐਫੀਸ਼ੀਐਂਸੀ ਹੋਏਗੀ ਉਹ ਬੜੀ ਹੀ ਵਧੀਆ ਹੋਵੇਗੀ, ਬੜੇ ਹੀ ਵਧੀਆ ਢੰਗ ਦੇ ਨਾਲ ਆਪਾਂ ਉਹ ਕੰਮ ਕਰ ਸਕਾਂਗੇ ਜੀ। ਸੋ ਇਹ ਸੀਗੀਆਂ ਥੋੜੀਆਂ ਜਿਹੀ ਟਿਪਸ ਕਿ ਆਪਾਂ ਕਿਵੇਂ ਆਪਣੇ ਕੰਮ ਨੂੰ ਪ੍ਰੋਡਕਟਿਵਿਟੀ ਨਾਲ ਕਰ ਸਕਦੇ ਹਾਂ ਜੀ। ਸੋ ਹੁਣ ਹੈ ਜੀ ਆਪਾਂ ਗੱਲ ਕਰੀਏ ਤਾਂ ਗੁਰੂ ਸਾਹਿਬਾਨ ਜੀ ਵੀ ਸਾਨੂੰ ਇਹ ਦੱਸਦੇ ਹਨ, ਸਾਨੂੰ ਸਾਡਾ ਜਿਹੜਾ ਮਨ ਦੀ ਜਿਹੜੀ ਕੰਸੈਂਟਰੇਸ਼ਨ ਹੈ, ਸਾਡੇ ਜਿਹੜੇ ਮਨ ਦਾ ਫੋਕਸ ਜਿਹੜਾ ਹੈ ਉਹ ਲਿਆਉਂਦੇ ਨੇ ਕਿ ਹਾਂ ਕਿ ਤੈਨੂੰ ਇਹ ਮਨੁੱਖਾ ਜਨਮ ਕਿਉਂ ਮਿਲਿਆ ਹੈ। ਜਿਵੇਂ ਆਪਾਂ ਹਰ ਰੋਜ਼ ਰਹਿਰਾਸ ਸਾਹਿਬ ਵਿੱਚ ਵੀ ਪੜ੍ਹਦੇ ਹਾਂ, ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇੱਥੇ ਗੁਰੂ ਸਾਹਿਬਾਨ ਜੀ ਸਾਨੂੰ ਦੱਸਦੇ ਨੇ ਕਿ ਸਾਡਾ ਫੋਕਸ ਅਸਲ ਦੇ ਵਿੱਚ ਇਸ ਧਰਤੀ ਤੇ ਆਉਣ ਦਾ ਸਾਡਾ ਇਹ ਫੋਕਸ ਹੈ ਉਹ ਬੰਦਿਆ ਕਿ ਇਹ ਤੇਰਾ ਫੋਕਸ ਹੈ ਇਸ ਧਰਤੀ ਤੇ ਆਉਣ ਦਾ, ਕਿ ਤੂੰ ਤੇਰੀ ਇਹ ਜਿਹੜੀ ਤੈਨੂੰ ਜਨਮ ਮਿਲਿਆ ਹੈ, ਇਹ ਤੈਨੂੰ ਪਰਮਾਤਮਾ ਦੇ ਨਾਲ ਮਿਲਣ ਲਈ ਜਿਹੜਾ ਹੈ ਇਹ ਮਿਲਿਆ ਹੈ। ਸੋ ਇਹ ਹੋਰ ਫਰਮਾਨ ਹੈ ਜੀ, ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਗੁਰੂ ਸਾਹਿਬਾਨ ਜੀ ਇੱਥੇ ਕਹਿੰਦੇ ਹਨ ਕਿ ਇੱਕ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚੋਂ ਹੈ ਜੀ, ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੋ ਇਹ ਮਨ ਤੂੰ ਉਹ ਵਾਲੀ ਚੀਜ਼ ਗਾ ਲੈ ਜੋ ਤੇਰੀ ਜਦੋਂ ਤੇਰੀ ਡੈਥ ਹੋ ਜਾਏਗੀ ਉਸ ਤੋਂ ਬਾਅਦ ਜਿਹੜੀ ਤੇਰੀ ਸੰਗੀ ਹੋਵੇਗੀ, ਜਿਹੜੀ ਤੇਰੀ ਸਾਥੀ ਹੋਵੇਗੀ, ਉਹ ਵਾਲੀ ਚੀਜ਼ ਨੂੰ ਗਾ ਲੈ, ਉਹ ਹੈ ਸਾਡਾ ਨਾਮ ਸਿਮਰਨ। ਗੁਰੂ ਸਾਹਿਬ ਜੀ ਇਹ ਵੀ ਦੱਸਦੇ ਨੇ ਕਿ ਤੇਰੀ ਉਮਰ ਜਿਹੜੀ ਹੈ ਦਿਨ ਬ ਦਿਨ ਬੀਤਦੀ ਜਾ ਰਹੀ ਹੈ, ਮੇਰਾ ਕਹਿਆ ਜਿਹੜਾ ਹੈ ਤੂੰ ਮੰਨ ਲੈ। ਇੱਥੇ ਵੀ ਗੁਰੂ ਸਾਹਿਬ ਨੇ ਸਾਨੂੰ ਕਹਿੰਦੇ ਨੇ ਕਿ ਤੂੰ ਫੋਕਸ ਕਰ ਕਿ ਤੇਰਾ ਇਸ ਧਰਤੀ ਤੇ ਆਉਣ ਦਾ ਇਹ ਮਨੋਰਥ ਹੈ, ਤੇ ਉਸ ਦੇ ਵੱਲ ਜਿਹੜਾ ਤੂੰ ਫੋਕਸ ਕਰ। ਸੋ ਕੁਝ ਹੋਰ ਫਰਮਾਨ ਹੈ ਜੀ, ਇਹੀ ਤੇਰਾ ਅਵਸਰ ਇਹੀ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹੀ ਤੇਰਾ ਜਿਹੜਾ ਇਹ ਪ੍ਰਭੂ ਨੂੰ ਮਿਲਣ ਦਾ ਤੇਰਾ ਸਮਾਂ ਹੈ, ਤੇਰਾ ਜਨਮ ਦਾ ਇਹ ਤੈਨੂੰ ਜਨਮ ਇਸ ਲਈ ਮਿਲਿਆ ਹੈ, ਇਹ ਆਪਣਾ ਸਮਾਂ ਜਿਹੜਾ ਹੈ ਇਹਨੂੰ ਖੁੰਝੀ ਨਾ, ਤੂੰ ਇਹ ਭਾਵੇਂ ਆਪਣੇ ਮਨ ਦੇ ਅੰਦਰ ਵਿਚਾਰ ਕੇ ਦੇਖ ਲਾ ਕਿ ਇਹ ਤੇਰਾ ਸਮਾਂ ਗੁਰੂ ਨੂੰ ਮਿਲਣ ਦਾ ਇਹ ਤੈਨੂੰ ਸਮਾਂ ਜਿਹੜਾ ਹੈ ਇਹ ਮਿਲਿਆ ਹੈ ਜੀ। ਸੋ ਇੱਕ ਹੋਰ ਫਰਮਾਨ ਹੈ ਜੀ, ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਭਰੀ ਦਹਿ ਦਿਸ ਅੰਧਿਆਰਾ। ਕਿ ਆਪਣਾ ਜਿਹੜਾ ਸਾਡੀ ਉਮਰ ਹੈ ਉਹ ਦਿਨ ਬ ਦਿਨ ਵੱਧਦੀ ਗਈ, ਦਿਨ ਬ ਦਿਨ ਜਿਹੜੀ ਹੈ ਮੁੱਕ ਰਹੀ ਹੈ, ਸਾਡੀ ਜਿਹੜੀ ਉਮਰ ਹੈ ਉਹ ਦਿਨ ਬ ਦਿਨ ਮੁੱਕ ਰਹੀ ਹੈ, ਪਰ ਹਜੇ ਵੀ ਆਪਾਂ ਜਿਹੜੇ ਆ ਸੱਜੇ ਨਹੀਂ ਬਣੇ। ਸ਼ਾਮ ਪੈ ਜਾਂਦੀ ਹੈ, ਹਨੇਰਾ ਹੋਣ ਵਾਲਾ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਹਜੇ ਵੀ ਸਮਾਂ ਹੈ, ਉਹ ਬੰਦਿਆ ਤੂੰ ਜਾਗ ਲੈ, ਕਿਉਂਕਿ ਇਹ ਜਿਹੜੀ ਤੇਰਾ ਜਨਮ ਹੈ, ਜਿਹੜਾ ਤੈਨੂੰ ਇਹ ਜਨਮ ਮਿਲਿਆ ਹੈ, ਇਹ ਤੈਨੂੰ ਗੁਰੂ ਸਾਹਿਬਾਨ ਜੀ ਦੇ ਨਾਲ ਮਿਲਣ ਨੂੰ ਮਿਲਿਆ ਹੈ, ਗੱਲਾਂ ਕਰਨ ਨੂੰ ਮਿਲਿਆ ਹੈ। ਸਾਨੂੰ ਜਿਹੜਾ ਇਹ ਜਨਮ ਹੈ ਇਹ ਉਸ ਗੁਰੂ ਸਾਹਿਬਾਨ ਜੀ ਨੇ ਆਪਣੇ ਨਾਲ ਜੁੜ ਕੇ ਸਾਨੂੰ ਇਹ ਜਨਮ ਜਿਹੜਾ ਹੈ ਉਹ ਸਵਾਰਨਾ ਚਾਹੀਦਾ ਹੈ। ਸੋ ਇਹ ਸੀਗੀਆਂ ਥੋੜੀਆਂ ਜਿਹੀਆਂ ਫਰਮਾਨ ਸੀਗੇ ਜਿਹੜੇ ਸਾਨੂੰ ਹੋਰ ਵੀ ਨਹੀਂ ਕਿ ਸਾਨੂੰ ਬੜੇ ਫਰਮਾਨ ਮਿਲਦੇ ਹਨ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਕਹਿੰਦੇ ਹਨ ਕਿ ਹਾਂ ਇਹ ਮਨੁੱਖ ਵੀ ਸਾਡੀ ਇੱਕ ਤਾਂ ਸਾਨੂੰ ਕਹਿੰਦੇ ਨੇ, ਸਾਡਾ ਫੋਕਸ ਦਿਵਾਉਂਦੇ ਨੇ ਕਿ ਹਾਂ ਵੀ ਇਹ ਜਿਹੜਾ ਤੇਰਾ ਜੀਵਨ ਦਾ ਇਹ ਨਿਸ਼ਾਨਾ ਹੈ ਕਿ ਤੂੰ ਇੱਥੇ ਤੱਕ ਪਹੁੰਚਣਾ ਹੈ। ਸੋ ਉਸ ਤੋਂ ਬਾਅਦ ਹੈ ਜੀ ਸਾਡੇ ਕੋਲ ਇੱਕ ਐਕਟੀਵਿਟੀ ਹੈ ਜੀ ਰਿਡਲਸ। ਸੋ ਸਾਡੇ ਕੋਲ ਪਹਿਲਾ ਕੁਐਸਚਨ ਹੈ ਜੀ, ਵਿਚ ਇਜ਼ ਦਾ ਮੋਸਟ ਡੇਂਜਰਸ ਸਿਟੀ। ਤੁਸੀਂ ਇਸ ਦਾ ਜਵਾਬ ਚੈਟ ਬਾਕਸ ਵਿੱਚ ਦੇ ਸਕਦੇ ਹੋ ਜੀ, which is the most dangerous city। तो सारा ने बेनती है कि नेक्स्ट सिटी हाँ जी बहुत वधिया जी, सो बहुत वधिया जी, बहुत बहुत धन्यवाद जी। नेक्स्ट क्वेश्चन है साडे कोल, I have one eye but cannot see through it। I have one eye but cannot see through it। सो नेक्स्ट क्वेश्चन है साडे कोल हुण ब्लाइंड नहीं जी। I have one eye but cannot see through it। इसनूं आपां चंगी तरह ते कंसंट्रेशन करिए, अटेंशन लाइए अपने दिमाग की पूरी। निडल हाँ जी बहुत वधिया जी, गुरलीन कौर जी अमृतसर तो लिख रहे हैं जी, बहुत बहुत धन्यवाद जी। सो हुण नेक्स्ट है साडे कोल क्वेश्चन है जी, what is that which start with T and ends with T and full of tea। कि वो केड़ी चीज है जिहड़ी टी दे नाल ही एंड हुंदी है, टी दे नाल ही जिहड़ी है स्टार्ट हुंदी है ते टी दे नाल ही फुल हुंदी है। टी हाँ जी बहुत वधिया जी। सो नेक्स्ट है साडे कोल, which word has
5 ਵੋਲਸ ਕਿਹੜੇ ਵਰਡਸ ਦੇ ਵਿੱਚ ਜਿਹੜੇ ਸਾਡੇ ਕੋਲ 5 ਜਿਹੜੇ ਸਾਡੇ ਵੋਲਸ ਨੇ ਉਹ ਕਿਹੜੇ ਵਰਡਸ ਦੇ ਵਿੱਚ ਇੱਕੋ ਵਾਰੀ ਉਹ ਆਉਂਦੇ ਨੇ ਉਹ ਵਰਡ ਇੱਕ ਹੀ ਹੈ ਪਰ ਉਹਦੀ ਐਜੂਕੇਸ਼ਨ ਹਾਂਜੀ ਬਹੁਤ ਵਧੀਆ ਤਨਪ੍ਰੀਤ ਕੌਰ ਜੀ ਲਿਖ ਰਹੇ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਆਪਾਂ ਨੈਕਸਟ ਤੇ ਜਾਂਦੇ ਹਾਂ ਜੀ ਸੋ ਇਹ ਸੀਗੇ ਸਾਡੇ ਆਨਸਰ ਟੀ ਪੋਰਟ ਸੀਗਾ ਜੀ ਉਸ ਦਾ ਆਨਸਰ ਸੋ ਆਪਾਂ ਨੈਕਸਟ ਜਾਂਦੇ ਹਾਂ ਜੀ ਸੋ ਹੁਣ ਸਾਡੇ ਕੋਲ ਪੰਜਵਾਂ ਹੈ ਜੀ which pet is always found on floor which pet is always found on floor carpet हाँ जी बहुत बढ़िया जी मानसा तो लिख रहे हैं जी carpet हाँ जी बहुत बढ़िया जी सो आप नेक्स्ट पे चलते हैं जी where do we find oceans without water and towns without man ਆਪਾਂ ਕਿੱਥੇ ਜਿਹੜਾ ਓਸ਼ਨ ਹੈ ਜੋ ਵੀ ਓਸ਼ਨ ਹੈ हाँ जी मैप बहुत बढ़िया जी वाह जी वाह बहुत बढ़िया जी मैप सो हुण साडे कोल नेक्स्ट क्वेश्चन है जी why is river rich why is river rich ostrich नहीं जी और जी और it has bank हाँ जी बैंक हाँ जी बहुत बढ़िया जी सो नेक्स्ट है साडे कोल So next question is साडे कोल what is used once in butter twice in ghee and thrice in cheese केड़ा word है हाँ जी बहुत बढ़िया जी लिख दिता उन्होंने ई बहुत बहुत धन्यवाद जी सो ये सीगे जी उन्होंने आंसर सो इसे दे नाल ही मेरे अज के सैशन की समाप्ति है जी सो आप सब का बहुत बहुत धन्यवाद जी आप जी ने बड़ा ही एक्टिवली पार्टिसिपेट किया सो हुण जी आप जी के कोई क्वेश्चन हैं तो तुसीं पूछ सकते हो जी सो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇੰਨਾ ਵਧੀਆ ਸੈਸ਼ਨ ਲਗਾਇਆ ਸੋ ਹੁਣ ਹੈਂਡ ਰੇਜ਼ ਲੈ ਲੈਂਦੇ ਹਾਂ ਜੀ ਹੈਂਡਰੀਜ਼ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਨੀ ਹਾਂ ਜੀ ਏਕਮਨੂਰ ਸਿੰਘ ਜੀ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿਹੜੀ ਕਲਾਸ ਚ ਪੜ੍ਹਦੇ ਹੋ ਜੀ जी मैं हुण प्लस 2 नॉन मैडिकल दे विच पढ़दा हां जी मेरे नॉन मैडिकल ਤੇ ਤੁਸੀਂ सब्जेक्ट ਇੱਕ ਹੋਰ ਦੱਸੋ ਅੱਜ ਕੁਝ ਸਟੂਡੈਂਟਸ ਜਿਹੜੇ ਹੈਗੇ ਕਈਆਂ ਨੂੰ ਇਹ ਦਿੱਕਤ ਆਉਂਦੀ ਹੈ ਵੀ ਜਿਵੇਂ ਅਸੀਂ ਕੈਂਪਸ ਲਗਾਉਂਦੇ ਆ ਸਟੱਡੀ ਦੇ ਨਾਲ ਨਾਲ ਜਾਂ ਹੋਰ ਕੰਪੀਟੀਸ਼ਨਸ ਹੁੰਦੇ ਆ ਉਹਨਾਂ 'ਚ ਪਾਰਟਿਸਿਪੇਟ ਕਰਨਾ ਉਹਨਾਂ ਨੂੰ ਹਾਰਡ ਲੱਗਦਾ ਹੈ ਕਿ ਟਾਈਮ ਨਹੀਂ ਉਹਨਾਂ ਕੋਲੋਂ ਮੈਨੇਜ ਹੁੰਦਾ ਤਾਂ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਾਰਾ ਥੋੜਾ ਜਿਹਾ ਦੱਸੋ ਕੇਵਲ ਇੱਕ ਮਿੰਟ ਵਿੱਚ ਹੀ ਕਿਉਂਕਿ ਸਮਾਂ ਘੱਟ ਹੈ ਬੱਚਿਆਂ ਦੇ ਕੁਐਸਚਨਸ ਜ਼ਿਆਦਾ ਨੇ जी ਆਪਾਂ ਜੇ ਗੱਲ ਕਰੀਏ ਤਾਂ ਮੈਨੇਜ ਕਰਨਾ ਇਹ ਸਾਡੇ ਤੇ ਡਿਪੈਂਡੈਂਟ ਹੈ ਕਿ ਆਪਾਂ ਸਾਡੇ ਵਿੱਚ ਕਰਿਓਸਿਟੀ ਹੋਣੀ ਚਾਹੀਦੀ ਹੈ ਕਿ ਆਪਾਂ ਇਸ ਚੀਜ਼ ਨੂੰ ਨਵੀਂ ਨੂੰ ਸਿੱਖਣਾ ਹੈ ਤੇ ਜਦ ਸਾਡੇ ਅੰਦਰ ਇਹ ਕਰਿਓਸਿਟੀ ਆ ਜਾਂਦੀ ਹੈ ਨਾ ਸਾਡਾ ਜਿਹੜਾ ਟਾਈਮ ਹੈ ਉਹ ਆਪੇ ਮੈਨੇਜ ਹੋ ਜਾਂਦਾ ਹੈ ਜੀ ਜੀ ਬਹੁਤ ਵਧੀਆ ਤੁਸੀਂ ਬੜੀ ਵਧੀਆ ਪ੍ਰੈਜੈਂਟੇਸ਼ਨ ਤਿਆਰ ਕੀਤੀ ਹੈ ਮੈਂ ਪਹਿਲਾਂ ਹੀ ਸਟੂਡੈਂਟਸ ਨੂੰ ਇੱਕ ਬੇਨਤੀ ਕਰਦਾ ਸੋ ਕੋਈ ਵੀ ਸਟੂਡੈਂਟ ਇਹ ਕੁਐਸਚਨ ਨਾ ਪੁੱਛੇ ਕਿ ਇਹ ਵਾਲੀ ਸਲਾਈਡ ਸ਼ੋ ਕੀਤੀ ਜਾਵੇ ਅਸੀਂ ਏਕਮਨੂਰ ਸਿੰਘ ਜੀ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹ ਵਾਲੀ ਪੀਪੀਟੀ ਸਾਨੂੰ ਭੇਜ ਦੇਣ ਅਸੀਂ ਸਟੂਡੈਂਟਸ ਨੂੰ ਸ਼ੇਅਰ ਕਰ ਦਾਂਗੇ ਤੇ ਤਾਂ ਕਿ ਸਾਨੂੰ ਇਹ ਵਾਲੇ ਕੁਐਸਚਨਸ ਨੂੰ ਅਸੀਂ ਇੱਥੇ ਅਵੋਇਡ ਕਰ ਸਕੀਏ ਜੀ ਸੋ ਅਗਰ ਕਿਸੇ ਵੀ ਦਾ ਕੋਈ ਸਵਾਲ ਹੈ ਤਾਂ ਉਹ ਪੁੱਛ ਸਕਦੇ ਨੇ ਜੀ ਹਾਂਜੀ ਅਮਨਦੀਪ ਸਿੰਘ ਜੀ ਹਾਂਜੀ ਮਹਿਕ ਕੌਰ ਜੀ ਅੱਗੇ ਕਰਨਗੇ ਮਹਿਕਦੀਪ ਕੌਰ ਜੀ ਹਾਂਜੀ ਅਮਨਦੀਪ ਸਿੰਘ ਜੀ ਆਪਣਾ ਮਾਈਕ ਔਨ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਮੇਰਾ ਸਵਾਲ ਸੀ ਕਿ ਮੈਡੀਟੇਸ਼ਨ ਦੀ ਐਗਜ਼ੈਕਟ ਡੈਫੀਨੇਸ਼ਨ ਕੀ ਹੈ ਕਿ ਪਰਮਾਤਮਾ ਦਾ ਨਾਮ ਜਪਣਾ ਤੇ ਮੈਡੀਟੇਸ਼ਨ ਇੱਕੋ ਚੀਜ਼ ਹੈ ਜੀ 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 ਆਪਾਂ ਕਹਿ ਸਕਦੇ ਹਾਂ ਕਿ ਮੈਡੀਟੇਸ਼ਨ ਹੁੰਦਾ ਹੈ ਜੀ ਕਿਸੇ ਚੀਜ਼ ਵੱਲ ਆਪਾਂ ਧਿਆਨ ਜੋੜਨਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਸੋ ਜਦ ਵੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡਾ ਮੇਨ ਫੋਕਸ ਇਹੀ ਹੋ ਜਾਂਦਾ ਕਿ ਆਪਾਂ ਕਿਸੇ ਚੀਜ਼ ਵੱਲ ਧਿਆਨ ਦਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਮੈਡੀਟੇਟ ਤੇ ਵਾਹਿਗੁਰੂ ਦਾ ਸਿਮਰਨ ਕਰਨਾ ਇੱਕ ਹੀ ਚੀਜ਼ ਹੈ ਜੀ ਹਾਂਜੀ ਨੈਕਸਟ ਵਨ ਜੀ ਮਨਵੀਰ ਸਿੰਘ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਸਾਡਾ ਸਵਾਲ ਇਹ ਸੀਗਾ ਜਿਹੜਾ ਤੁਸੀਂ ਦੱਸਿਆ ਕਿ ਜਦੋਂ ਅਸੀਂ ਪਾਠ ਕਰ ਰਹੇ ਹਾਂ ਸਾਡਾ ਜਿਹੜਾ ਮਨ ਹੈ ਸਾਨੂੰ ਦੂਸਰੇ ਵਿਕਾਰਾਂ ਦਾ ਛੱਡ ਕੇ ਆਪਣੀ ਥਾਟਸ ਤੋਂ ਛੱਡ ਕੇ ਸਾਨੂੰ ਜਿਹੜਾ ਮਨ ਹੈ ਗੁਰਬਾਣੀ ਵੱਲ ਲਗਾਉਣਾ ਚਾਹੀਦਾ ਤੇ ਅਸੀਂ ਆਪਣਾ ਮਨ ਗੁਰਬਾਣੀ ਵੱਲ ਕਿੱਦਾਂ ਲਗਾ ਸਕਦੇ ਹਾਂ ਜੀ ਜੀ ਵੀਰੇ ਆਪਾਂ ਜੇ ਗੱਲ ਕਰੀਏ ਤਾਂ ਜਦ ਵੀ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਸਟੀਕ ਤੋਂ ਬਾਣੀ ਪੜ੍ਹੀਏ ਜਦ ਆਪਾਂ ਸਟੀਕ ਤੋਂ ਬਾਣੀ ਪੜਾਂਗੇ ਨਾ ਸਾਡਾ ਜਿਹੜਾ ਧਿਆਨ ਹੈ ਉਹ ਆਪਣੇ ਆਪ ਜਿਹੜਾ ਹੈ ਅਰਥਾਂ ਵੱਲ ਡਾਈਵਰਟ ਹੋਏਗਾ ਸਾਡਾ ਜਿਹੜਾ ਧਿਆਨ ਹੈ ਇੱਧਰ ਉੱਧਰ ਜਿਹੜੇ ਵਿਚਾਰ ਸਾਨੂੰ ਆਉਂਦੇ ਨੇ ਇੱਧਰ ਉੱਧਰ ਨਹੀਂ ਜਾਵੇਗਾ ਜਦ ਵੀ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਸਟੀਕ ਤੋਂ ਪਾਠ ਕਰੀਏ ਸੋ ਇਹ ਸੀਗਾ ਜੀ ਮੇਰਾ ਸੁਜੈਸ਼ਨ ਜੀ ਹੋਪ ਤੁਹਾਡਾ ਕਲੀਅਰ ਹੋ ਗਿਆ ਹੋਵੇਗਾ ਜੀ
ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਨੈਕਸਟ ਹਾਂਜੀ ਰਮਨਜੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਤੁਸੀਂ ਲਾਸਟ ਟਾਈਮ ਟਾਈਮ ਮੈਨੇਜਮੈਂਟ ਦਾ ਸੈਸ਼ਨ ਲਿਆ ਸੀ, ਜਿਹਦੇ ਵਿੱਚ ਤੁਸੀਂ ਦੱਸਿਆ ਸੀ ਕਿ ਇੰਪੋਰਟੈਂਟ ਤੇ ਅਰਜੈਂਟ ਵਰਕ, ਤੇ ਮੈਂ ਪੁੱਛਣਾ ਸੀ ਕਿ ਇੰਪੋਰਟੈਂਟ ਤੇ ਅਰਜੈਂਟ ਵਰਕ 'ਚ ਕੀ ਡਿਫਰੈਂਸ ਆ? ਜੀ ਜੇ ਆਪਾਂ ਗੱਲ ਕਰੀਏ ਤਾਂ ਅਰਜੈਂਟ ਵਰਕ ਉਹ ਹੁੰਦੇ ਨੇ ਜਿਵੇਂ ਆਪਾਂ ਸਪੋਜ਼ ਕਰ ਲਓ ਕਿ ਕੱਲ ਸਾਡੇ ਕੋਲ ਡੈਡਲਾਈਨ ਹੈ ਕਿ ਤੁਸੀਂ ਇਹ ਵਾਲੀ ਤਰੀਕ ਤੱਕ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਹੈ, ਆਪਣੀ ਜਿਹੜੀ ਕੋਈ ਪ੍ਰੈਕਟੀਕਲ ਫਾਈਲ ਹੈ, ਉਹ ਤੁਸੀਂ ਸਕੂਲ ਪਹੁੰਚਾਉਣੀ ਹੈ। ਤਾਂ ਇੰਪੋਰਟੈਂਟ ਵਰਕ ਜਿਹੜੇ ਅਰਜੈਂਟ ਵਰਕ ਤੋਂ ਥੋੜਾ ਨੀਚੇ ਆਉਂਦੇ ਨੇ। ਤਾਂ ਜਿਹੜੇ ਆਪਾਂ ਪਹਿਲਾਂ ਇਸ ਤਰ੍ਹਾਂ ਕਰ ਲਈਏ ਕਿ ਆਪਾਂ ਜੋ ਮੰਨ ਲਓ ਕਿ ਮੇਰੀ ਇਹ ਪ੍ਰੈਕਟੀਕਲ ਫਾਈਲ ਹੈ, ਇਸ ਤੋਂ ਬਾਅਦ ਜਿਹੜੀ ਹੈ ਮੈਂ ਆਪਣੀ ਜਮ੍ਹਾਂ ਨਹੀਂ ਕਰਵਾ ਸਕਦਾ, ਕਿ ਮੈਂ ਉਸਦੇ ਉੱਤੇ ਫੋਕਸ ਕਰਾਂ, ਕਿ ਮੈਂ ਆਪਣੇ ਜਿਹੜੇ ਦੂਸਰੇ ਕੰਮ ਹੈ ਜਿਹੜੇ ਇੰਪੋਰਟੈਂਟ ਹੈ, ਜਿਹੜੇ ਅਰਜੈਂਟ ਨਹੀਂ ਹੈਗੇ ਹਨਾ, ਤੇ ਆਪਾਂ ਉਹ ਕੰਮ ਨੂੰ ਅਰਜੈਂਟ ਤੋਂ ਬਾਅਦ ਵਿੱਚ ਰੱਖ ਲਵਾਂ। ਸੋ ਇਹ ਸੀਗਾ ਜੀ ਇਹਨਾਂ ਦੋਵਾਂ ਦੇ ਵਿੱਚ ਡਿਫਰੈਂਸ। ਹਾਂਜੀ ਨੈਕਸਟ ਹਾਂਜੀ ਅਵਨੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਮੈਂ ਸਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਨੇ ਸਾਨੂੰ ਬੜੀਆ ਵਧੀਆ ਸਰ ਮੇਰਾ ਕੁਐਸਚਨ ਸੀ ਕਿ ਜੇ ਆਪਾਂ IPS ਅਫਸਰ ਬਣਨਾ ਹੋਵੇ ਤਾਂ ਕੀ ਕਰਨਾ ਚਾਹੀਦਾ? ਜੀ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਪਹਿਲਾਂ ਤਾਂ ਮੈਂ ਤੁਹਾਡੀ ਕਿਉਰਿਓਸਿਟੀ ਨੂੰ ਦੱਸ ਦੇਵਾਂਗਾ ਕਿ ਤੁਸੀਂ ਸੁਪਨਾ ਰੱਖਿਆ ਕਿ ਆਪਣਾ ਕਿ ਮੈਂ ਇੱਕ ਗੁਰਸਿੱਖ IPS ਅਫਸਰ ਬਣਨਾ ਹੈ। ਵਾਹ ਜੀ ਵਾਹ। ਸੋ ਉਸਦੇ ਵਾਸਤੇ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਤੁਸੀਂ ਹੁਣ ਤੋਂ ਜਿਹੜੀਆਂ ਬੁੱਕਸ ਪੜ੍ਹਨੀਆਂ ਚਾਲੂ ਕਰ ਦਿਓ। ਸੋ ਫਿਰ ਤੁਹਾਡਾ ਜਿਹੜਾ ਤੁਹਾਨੂੰ ਪਤਾ ਲੱਗੇਗਾ, ਫਿਰ ਹੌਲੀ ਹੌਲੀ ਜਦ ਤੁਸੀਂ ਆਪਣੇ ਲੈਵਲ ਦੇ ਉੱਪਰ ਹਾਈ ਲੈਵਲ ਤੇ ਜਾਈ ਜਾਓਗੇ, ਤੁਹਾਨੂੰ ਫਿਰ ਪਤਾ ਲੱਗੇਗਾ ਕਿ ਹਾਂ ਕਿ ਮੈਂ ਫਿਰ ਉਸਦੇ ਵਾਸਤੇ ਨਾ ਇੱਕ UPSC ਜਿਹੜੀ ਹੈ ਉਹ ਟੈਸਟ ਕੰਡਕਟ ਕਰਵਾਉਂਦੀ ਹੈ IAS ਐਗਜ਼ਾਮ। ਤਾਂ ਤੁਸੀਂ ਉਹ ਜਿਹੜਾ ਗ੍ਰੈਜੂਏਸ਼ਨ ਤੋਂ ਬਾਅਦ ਉਹ ਐਗਜ਼ਾਮ ਦੇ ਸਕਦੇ ਹੋ। ਤੁਸੀਂ ਉਸਦੇ ਵਿੱਚ ਜਿਹੜਾ ਚੰਗਾ ਰੈਂਕ ਹਾਸਲ ਕਰਕੇ ਇੱਕ IPS ਅਫਸਰ ਬਣ ਸਕਦੇ ਹੋ। ਸੋ ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗਾ ਕਿ ਤੁਸੀਂ ਹੁਣ ਤੋਂ ਹੀ ਬੁੱਕਸ ਪੜ੍ਹਨੇ ਚਾਲੂ ਕਰ ਦਿਓ। ਆਪਣੇ ਸਕੂਲ ਕਰਿਕੂਲਮ ਤੋਂ ਛੱਡ ਕੇ ਜਿਹੜੀਆਂ ਬਾਕੀ ਜਿਹੜੀਆਂ ਹੋਰ ਜਿਹੜੀਆਂ ਬੁੱਕਸ ਹੁੰਦੀਆਂ ਨੇ, ਤੁਸੀਂ ਉਹ ਪੜ੍ਹਨੀਆਂ ਸ਼ੁਰੂ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੈਕਸਟ ਹਾਂਜੀ ਜਸਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਆਪ ਜੀ ਨੇ ਅੱਜ ਬਹੁਤ ਹੀ ਵਧੀਆ ਤੇ ਇੰਟਰੈਕਟਿਵ ਜਿਹੜਾ ਸੈਸ਼ਨ ਲਿਆ। ਵੀਰ ਜੀ ਮੈਂ ਇਹ ਪੁੱਛਣਾ ਸੀ ਕਿ ਥੋੜਾ ਜਿਹਾ ਪ੍ਰੋਡਕਟਿਵਿਟੀ ਬਾਰੇ ਦੱਸ ਦਿਓ। ਜੀ ਇੱਕ ਇਹ ਹੈ ਕਿ ਆਪਾਂ ਕਿਸੇ ਕੰਮ ਨੂੰ ਐਫੀਸ਼ੀਐਂਟਲੀ ਕਿੱਦਾਂ ਕਰਦੇ ਹਾਂ, ਕਿ ਕਿੰਨੇ ਵਧੀਆ ਤਰੀਕੇ ਨਾਲ ਉਹ ਕੰਮ ਨੂੰ ਕਰਦੇ ਹਾਂ। ਸੋ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਇੱਕ ਚਲੋ ਮੰਨ ਲਓ ਕਿ ਇੱਕ ਅਸਾਈਨਮੈਂਟ ਮੈਨੂੰ ਮਿਲੀ ਤੇ ਇੱਕ ਮੇਰੇ ਫਰੈਂਡ ਨੂੰ ਮਿਲੀ। ਸਾਡੇ ਦੋਵਾਂ ਦਾ ਅਸਾਈਨਮੈਂਟ ਸੇਮ ਨਹੀਂ ਹੋਵੇਗੀ। ਸਾਡਾ ਜਿਹੜਾ ਅਸਾਈਨਮੈਂਟ ਨੂੰ ਪ੍ਰੈਜ਼ੈਂਟ ਕਰਨ ਦਾ ਤਰੀਕਾ ਸਾਰਾ ਸੇਮ ਨਹੀਂ ਹੋਵੇਗਾ। ਕਿ ਆਪਾਂ ਕਿਸੇ ਕੰਮ ਨੂੰ ਕਿੰਨੇ ਐਫੀਸ਼ੀਐਂਟਲੀ ਕਰਦੇ ਹਾਂ, ਕਿੰਨੇ ਵਧੀਆ ਤਰੀਕੇ ਨਾਲ ਕਰਦੇ ਹਾਂ, ਉਹ ਸਾਡੀ ਇੱਕ ਪ੍ਰੋਡਕਟਿਵਿਟੀ ਅਖਵਾਉਂਦੀ ਹੈ ਜੀ। ਬਹੁਤ ਬਹੁਤ ਧੰਨਵਾਦ। ਹਾਂਜੀ ਨੈਕਸਟ ਹਾਂਜੀ 15478 ਮਨਪ੍ਰੀਤ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰ ਜਿਹੜਾ ਲਾਸਟ ਕੁਐਸਚਨ ਸੀ ਮਿਲਕ ਤੇ ਚੀਜ਼ ਵਾਲਾ, ਉਹਦਾ ਆਨਸਰ ਐਕਸਪਲੇਨ ਕਰ ਦਿਓ ਜੀ। ਉਹਦਾ ਆਨਸਰ ਹੈ ਜੀ, ਆਪਾਂ 3 ਵਰਡ ਦੀ ਗੱਲ ਕਰਦੇ ਕਿ ਕਿਹੜੇ ਵਰਡ ਦੇ ਵਿੱਚ ਜਿਹੜਾ ਈ ਹੈ, ਮੈਂ 2 ਮਿੰਟ ਮੈਂ PPT ਸ਼ੇਅਰ ਕਰਦਾ ਤੁਹਾਨੂੰ, ਫਿਰ ਮੈਂ ਦੱਸ ਦਿੰਦਾ ਜੀ। ਸੋ ਇਹ ਕੁਐਸਚਨ ਸੀਗਾ, what is used 1 in butter, twice in ghee and thrice in cheese। ਹੁਣ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਬਟਰ ਦੇ ਵਿੱਚ ਜਿਹੜਾ ਈ ਵਾਲਾ ਵਰਡ ਹੈ, ਈ ਜਿਹੜਾ ਲੈਟਰ ਹੈ, ਈ ਜਿਹੜਾ ਲੈਟਰ ਹੈ ਉਹ ਇੱਕ ਵਾਰੀ ਯੂਜ਼ ਹੋਇਆ। ਇੱਥੇ ਇਹਨਾਂ ਨੇ ਲਿਖਿਆ ਕਿ is used 1 in butter ਹਨਾ। ਤੇ ਹੁਣ ਆਪਾਂ ਗੀ ਦੇ ਵਿੱਚ ਦੇਖੀਏ ਤਾਂ ਇੱਥੇ ਸਪੈਲਿੰਗ ਗਲਤ ਨੇ। ਗੀ ਦੇ ਸਪੈਲਿੰਗ ਹੁੰਦੇ ਨੇ GHEE ਹੁੰਦਾ। ਤਾਂ ਉਸਦੇ ਵਿੱਚ ਜਿਹੜਾ ਈ ਜਿਹੜਾ ਲੈਟਰ ਹੈ ਉਹ 2 ਵਾਰੀ ਆ ਰਿਹਾ। ਤੇ ਜਿਹੜਾ ਨੈਕਸਟ ਹੈ ਚੀਜ਼ ਸਾਡੇ ਕੋਲ, ਉਸਦੇ ਵਿੱਚ ਜਿਹੜਾ ਈ ਲੈਟਰ ਹੈ ਉਹ 3 ਵਾਰੀ ਆ ਰਿਹਾ ਜੀ। ਸੋ ਹੋਪ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਵੇਗਾ ਜੀ। ਹਾਂਜੀ ਨੈਕਸਟ ਹਾਂਜੀ ਦੀਆ ਐਂਡ ਸਾਂਚੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ,
ਬਹੁਤ ਵਧੀਆ ਫਤਿਹ ਜੀ। ਸੈਸ਼ਨ ਹੈ ਜੀ। ਮੇਰਾ ਏਮ ਹੈ ਕਿ ਮੈਂ ਐਨਡੀਏ ਜੁਆਇਨ ਕਰ ਲਾਂ, ਬਟ ਘਰ ਵਿੱਚ ਕੁਝ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਪਈ ਹੈ ਕਿ ਮੇਰਾ ਧਿਆਨ ਬਿਲਕੁਲ ਸਟੱਡੀ ਵੱਲ ਕੰਸੰਟਰੇਟ ਨਹੀਂ ਹੋ ਪਾ ਰਿਹਾ, ਤੇ ਹੁਣ ਮੈਂ ਆਪਣਾ ਧਿਆਨ ਕਿੱਦਾਂ ਲਾਵਾਂ? ਇਹ ਜੀ ਤੁਸੀਂ ਜੇ ਮੈਂ ਤਾਂ ਚਾਹਾਂਗਾ ਕਿ ਤੁਸੀਂ ਜਿਹੜਾ ਹੈ ਵੱਧ ਤੋਂ ਵੱਧ ਆਪਣੇ ਆਪ ਨੂੰ ਗੁਰਬਾਣੀ ਦੇ ਨਾਲ ਜੋੜੋ, ਕਿਉਂਕਿ ਜਦ ਵੀ ਤੁਸੀਂ ਗੁਰਬਾਣੀ ਨਾਲ ਜੋੜੋਗੇ ਤੁਹਾਡੀ ਜਿਹੜੀ ਕੰਸੰਟਰੇਸ਼ਨ ਪਾਵਰ ਹੈ ਉਹ ਆਪੇ ਹੀ ਵੱਧ ਜਾਵੇਗੀ। ਸੋ ਫਿਰ ਤੁਹਾਡਾ ਜਿਹੜਾ ਸਟੱਡੀ ਵੱਲ ਜਿਹੜਾ ਧਿਆਨ ਹੈ ਉਹ ਆਪੇ ਹੀ ਡਾਈਵਰਟ ਹੁੰਦਾ ਜਾਵੇਗਾ ਜੀ। ਸੋ ਤੁਸੀਂ ਮੇਨ ਗੱਲ ਹੈ ਕਿ ਤੁਸੀਂ ਜਿਹੜਾ ਹੈ ਗੁਰਬਾਣੀ ਦੇ ਨਾਲ ਜੁੜ ਜਾਓ ਤੇ ਤੁਹਾਡਾ ਜਿਹੜਾ ਹੋ ਜਾਏਗਾ। ਸੋ ਜੇ ਆਪਾਂ ਜੇ ਤੁਸੀਂ ਜਦ ਵੀ ਤੁਹਾਨੂੰ ਜਿਹੜਾ ਤੁਸੀਂ ਸਟੱਡੀ ਕਰ ਲਿਓ, ਮੰਨ ਲਓ ਤੁਹਾਡਾ ਜਿਹੜਾ ਧਿਆਨ ਹੈ ਇੱਧਰ ਉੱਧਰ ਡਾਈਵਰਟ ਹੁੰਦਾ ਹੈ, ਤੁਸੀਂ ਜਾਂ ਤਾਂ ਮੂਲ ਮੰਤਰ ਜਾਂ ਗੁਰਮੰਤਰ ਜਾਂ ਤੁਸੀਂ ਚੌਪਾਈ ਸਾਹਿਬ ਦਾ ਜਾਪ ਕਰਨਾ ਸ਼ੁਰੂ ਕਰ ਦਿਓ, ਤੁਹਾਡਾ ਜਿਹੜਾ ਧਿਆਨ ਹੈ ਆਪਣੇ ਆਪ ਦੇ ਨਾਲ ਤੁਹਾਡਾ ਧਿਆਨ ਹੈ ਉਹ ਸਟੱਡੀ ਦੇ ਵੱਲ ਡਾਈਵਰਟ ਹੋ ਜਾਏਗਾ ਜੀ। ਸੋ ਇਹ ਵੀ ਇੱਕ ਬੈਸਟ ਟਿਪ ਹੈ ਜੀ। ਇੱਕ ਟਿਪ ਹੋਰ ਵੀ ਹੈਗਾ ਜੀ, ਸਟੱਡੀ ਕਰਨ ਤੋਂ ਪਹਿਲਾਂ ਅਰਦਾਸ ਕਰੀਏ, ਤੇ ਘਰ ਵੀ ਅਗਰ ਕੋਈ ਪ੍ਰੋਬਲਮ ਹੈ ਉਹਦੇ ਲਈ ਵੀ ਅਰਦਾਸ ਕਰੀਏ, ਵਾਹਿਗੁਰੂ ਜੀ ਆਪੇ ਹੱਲ ਕਰਨਗੇ ਜੀ। ਹਾਂਜੀ, ਨੈਕਸਟ ਹਾਂਜੀ ਅੰਮ੍ਰਿਤਸਰ 14947 ਈਪੀਪੀ ਨੰਬਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਤੁਸੀਂ ਬੋਲਿਆ ਨਾ ਕਿ ਉਹ ਬੱਚੇ ਨੇ ਪੁੱਛਿਆ ਆਈਪੀਐਸ ਬਾਰੇ, ਤੇ ਉਹਦੇ ਲਈ ਕਿਹੜੀ ਸਟਰੀਮ ਬੈਸਟ ਹੈ ਸਰ? ਜੀ ਉਹਦੇ ਵਾਸਤੇ ਤੁਸੀਂ ਕੋਈ ਵੀ ਸਟਰੀਮ ਲੈ ਸਕਦੇ ਹੋ, ਇਹਦੇ ਵਿੱਚ ਕੋਈ ਵੀ ਇਰਰਿਸਪੈਕਟਿਵ ਆਫ ਟਾਈਪ ਹੋ ਸਕਦੀ ਹੈ। ਤੁਸੀਂ ਕਾਮਰਸ ਲੈ ਸਕਦੇ ਹੋ, ਤੁਸੀਂ ਆਰਟਸ ਲੈ ਸਕਦੇ ਹੋ, ਤੁਸੀਂ ਸਾਇੰਸ ਦੇ ਸਟੂਡੈਂਟ ਹੋ ਸਕਦੇ ਹੋ। ਇਹਦੇ ਵਾਸਤੇ ਕੋਈ ਵੀ ਜਿਹੜੀ ਹੈ ਰਿਸਟ੍ਰਿਕਸ਼ਨ ਨਹੀਂ ਹੈਗੀ ਹੈ ਜੀ, ਤੁਸੀਂ ਕੋਈ ਵੀ ਸਟਰੀਮ ਚੂਜ਼ ਕਰ ਸਕਦੇ ਹੋ ਜੀ। ਤਾਂ ਉਸਦੇ ਵਾਸਤੇ ਜਿਹੜੀ ਚੀਜ਼ ਹੁੰਦੀ ਹੈ, ਜਿਹੜੀ ਨੈਸੈਸਰੀ ਹੁੰਦੀ ਹੈ ਜੀ, ਤੁਸੀਂ ਕਿਸੇ ਵੀ ਇੰਡੀਆ ਤੁਹਾਡੇ ਕਾਲਜ ਦੀ ਤੁਹਾਡੇ ਕੋਲ ਡਿਗਰੀ ਜ਼ਰੂਰ ਹੋਣੀ ਚਾਹੀਦੀ ਹੈ ਜੀ। ਤੁਹਾਡੇ ਕੋਲ ਆਫਟਰ ਗ੍ਰੈਜੂਏਸ਼ਨ ਜੀ, ਤੁਸੀਂ ਆਫਟਰ ਗ੍ਰੈਜੂਏਸ਼ਨ ਹੀ ਦੇ ਸਕਦੇ ਹੋ ਜੀ। ਓਕੇ ਸਰ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇੱਥੇ ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇੰਨਾ ਵਧੀਆ ਸੈਸ਼ਨ ਲਗਾਇਆ, ਤੇ ਇੱਥੇ ਕੈਂਪ ਦੀ ਸਮਾਪਤੀ ਹੈ ਜੀ। ਸੋ ਆਪ ਸਭ ਮੈਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜਸਪ੍ਰੀਤ ਮੈਮ ਦਾ, ਪੂਰੀ ਐਜੂਕੇਟ ਪੰਜਾਬ ਟੀਮ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ, ਖਾਸ ਕਰਕੇ ਜਸਵਿੰਦਰ ਅੰਕਲ ਦਾ, ਇੰਗਲੈਂਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਵੈਸੇ ਤਾਂ ਮੈਂ ਇੰਨਾ ਮੈਨੂੰ ਗਿਆਨ ਨਹੀਂ ਹੈਗਾ ਜੀ। ਜੀ ਮੈਂ ਇੱਕ ਗੱਲ ਕਹਿਣੀ ਸੀ ਕਿ ਜਿਸ ਤਰ੍ਹਾਂ ਤੁਸੀਂ ਪੀਪੀਟੀ ਬਣਾਉਂਦੇ ਹੋ ਨਾ, ਇੱਕ ਦਿਨ ਇਹ ਸੈਸ਼ਨ ਲਓ ਕਿ ਪੀਪੀਟੀ ਕਿਸ ਤਰ੍ਹਾਂ ਬਣਾਈ ਦੀ ਹੈ। ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਪੀਪੀਟੀ ਨਹੀਂ ਬਣਾਉਣੀ ਆਉਂਦੀ, ਔਰ ਉਹ ਚਾਹੁੰਦੇ ਨੇ ਕਿ ਅਸੀਂ ਸਿੱਖੀਏ। ਜੀ ਜੀ, ਕੋਈ ਨਹੀਂ, ਸ਼ੋਰ ਜੀ। ਜਿਹੜੇ ਲੈਬ ਹੋ ਗਿਆ, ਕੋਈ ਹੋਰ ਵੀ ਹੈ ਤਾਂ ਆਪਾਂ ਉਹ ਵਾਲਾ ਕਰ ਸਕਦੇ ਹਾਂ ਜੀ ਪ੍ਰੈਜੈਂਟੇਸ਼ਨ ਦੇ ਲਈ। ਸ਼ੋਰ ਜੀ, ਮੈਂ ਜ਼ਰੂਰ ਲਵਾਂਗਾ ਜੀ। ਸੋ ਜੇ ਆਪਾਂ ਗੱਲ ਕਰੀਏ ਤਾਂ ਪੀਪੀਟੀ ਦੇ ਆਪਾਂ ਇਹ ਕੋਈ ਕੰਪਲਸਰੀ ਨਹੀਂ ਹੁੰਦਾ ਕਿ ਸਾਡੇ ਕੋਲ ਲੈਪਟਾਪ ਹੋਏਗਾ ਤੇ ਅਸੀਂ, ਇਹ ਇੱਕ ਮਿੱਥੀ ਬਣੀ ਹੋਈ ਹੈ ਲੋਕਾਂ ਦੇ ਵਿੱਚ ਕਿ ਜਿਹੜਾ ਸਾਡੇ ਕੋਲ ਲੈਪਟਾਪ ਹੋਏਗਾ ਤੇ ਅਸੀਂ ਤਾਂ ਹੀ ਜਿਹੜੀ ਪੀਪੀਟੀ ਪ੍ਰਪੇਅਰ ਕਰ ਸਕਦੇ ਹਾਂ। ਸੋ ਮੈਂ ਤਾਂ ਪੀਪੀਟੀ ਜ਼ਿਆਦਾਤਰ ਫੋਨ ਤੇ ਪ੍ਰਪੇਅਰ ਕਰਦਾ। ਮੈਂ ਹੁਣ ਤੱਕ ਜਿੰਨੇ ਵੀ ਸੈਸ਼ਨ ਲਏ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ, ਜਦ ਮੇਰਾ ਪਹਿਲਾ ਸੈਸ਼ਨ ਹੋਇਆ ਸੀਗਾ ਉਹ ਹੋਇਆ ਸੀਗਾ ਪਿਛਲੇ ਸਾਲ ਹੋਇਆ ਸੀਗਾ, ਸ਼ਾਇਦ ਅਪ੍ਰੈਲ ਦੇ ਵਿੱਚ। ਤਾਂ ਮੈਨੂੰ ਵੀ ਪਹਿਲਾਂ ਇਹ ਲੱਗਿਆ ਸੀਗਾ ਕਿ ਜਿਹੜੀ ਪੀਪੀਟੀ ਹੈ ਉਹ ਆਪਾਂ ਫੋਨ 'ਚ ਨਹੀਂ ਪ੍ਰਪੇਅਰ ਕਰ ਸਕਦੇ, ਤਾਂ ਆਪਾਂ ਲੈਪਟਾਪ ਦੇ ਵਿੱਚ ਹੀ ਕਰ ਸਕਦੇ ਹਾਂ। ਤੇ ਮੈਂ ਪਹਿਲਾਂ ਉਹਨਾਂ ਨੂੰ ਨਾ ਕਰਦਿਆਂ ਲੱਗਾ ਸੀਗਾ, ਜਦ ਮੈਂ ਆਪਣੇ ਨਾ ਮੋਬਾਈਲ ਦੇ ਵਿੱਚ ਦੇਖਿਆ ਤਾਂ ਉਹਦੇ ਵਿੱਚ ਨਾ ਪਹਿਲਾਂ ਇੱਕ ਸੌਫਟਵੇਅਰ ਅਪਲੋਡ ਸੀਗਾ MS PowerPoint। ਤਾਂ ਮੈਂ ਜਦੋਂ ਉਹਨੂੰ ਖੋਲਿਆ ਤਾਂ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਉਹਦੇ ਵਿੱਚ ਸਾਰੇ ਹੀ ਆਪਸ਼ਨ ਜੋ ਤੁਹਾਨੂੰ ਲੈਪਟਾਪ ਦੇ ਵਿੱਚ ਮਿਲਣਗੇ, ਉਹਦੇ ਵਿੱਚ ਉਹ ਸਾਰੇ ਆਪਸ਼ਨ ਤੁਹਾਨੂੰ ਮਿਲ ਜਾਣਗੇ। ਕਿ ਅਸੀਂ ਬੜੇ ਹੀ ਇੱਕ ਸੌਖਾ ਢੰਗ ਹੈ, ਅਸੀਂ ਕੀ ਕਰਨਾ ਕੀ ਹੈ, ਆਪਾਂ ਮਾਈਕਰੋਸਾਫਟ ਦਾ ਜਿਹੜਾ ਇਹ ਪਾਵਰਪੁਆਇੰਟ ਐਪ ਹੈ ਆਪਾਂ ਮੋਬਾਈਲ ਦੇ ਵਿੱਚ ਡਾਊਨਲੋਡ ਕਰੀਏ ਤਾਂ ਉਹਦੇ ਵਿੱਚ ਨਾ ਇੱਕ ਸਾਨੂੰ ਆਪਸ਼ਨ ਆਏਗੀ ਹੈਲਪ ਦੀ, ਤਾਂ ਆਪਾਂ ਉਹ ਹੈਲਪ ਦੇ ਵਿੱਚ ਸਾਰੀ ਇਨਫੋਰਮੇਸ਼ਨ ਲਿਖੀ ਹੈ ਕਿ ਕਿੱਦਾਂ ਆਪਾਂ ਪੀਪੀਟੀ ਪ੍ਰਪੇਅਰ ਕਰ ਸਕਦੇ ਹਾਂ। ਤੁਸੀਂ ਉਹਨਾਂ ਨੂੰ ਵੀ ਪੜ੍ਹ ਕੇ ਪੀਪੀਟੀ ਪ੍ਰਪੇਅਰ ਕਰ ਸਕਦੇ ਹੋ ਜੀ। ਸੋ ਜੇ ਤੁਸੀਂ ਕਹਿ ਰਹੇ ਹੋ ਤਾਂ ਮੈਂ ਉਹਦੇ ਤੇ ਵੀ ਸੈਸ਼ਨ ਜ਼ਰੂਰ ਲਵਾਂਗਾ ਜੀ। ਸੈਸ਼ਨ ਅਸੀਂ ਜ਼ਰੂਰ ਲਈਏ। ਇੱਕ ਜਿੱਦਾਂ ਤੁਸੀਂ ਮਿਥਸ ਦੀ ਗੱਲ ਕੀਤੀ ਨਾ, ਬੜੇ ਸਾਰੇ ਬੱਚਿਆਂ ਦੇ ਇਦਾਂ ਦੀ ਪ੍ਰੋਬਲਮ ਹੁੰਦੀ ਕਿ ਸਾਡੇ ਕੋਲ ਫੋਨ ਛੋਟਾ, ਅਸੀਂ ਕਰ ਨਹੀਂ ਪਾਵਾਂਗੇ, ਸ਼ਾਇਦ ਉਹਨਾਂ ਦਾ ਮਾਈਂਡਸੈਟ ਇਦਾਂ ਦਾ ਬਣ ਚੁੱਕਾ ਹੈ। ਸੋ ਅਸੀਂ ਇਸ ਮਾਈਂਡਸੈਟ ਨੂੰ ਚੇਂਜ ਕਰਨ ਦੇ ਲਈ ਉਹ ਅਸੀਂ ਸੈਸ਼ਨ ਦੇ ਵਿੱਚ ਸਾਰਾ ਕੁਝ ਕਰਾਂਗੇ ਜੀ, ਕਿ ਕਿੱਦਾਂ ਪ੍ਰੈਜੈਂਟੇਸ਼ਨ ਸਕਿੱਲਸ ਦੇ ਲਈ ਜਾਂ ਸਕੂਲ ਦਾ ਵਰਕ ਕਰਨ ਦੇ ਲਈ ਕਿਹੜੇ ਐਪਸ ਹੈਲਪਫੁਲ ਨੇ, ਜਾਂ ਅਸੀਂ ਆਪਣੇ ਆਪ ਨੂੰ ਵਧੀਆ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ ਹੋਮਵਰਕ ਦੇ ਵਿੱਚ, ਜਾਂ ਸਾਰਾ ਕੁਝ ਨਾ। ਜੀ 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 ਸ਼ੋਰ ਜੀ। ਹਾਂਜੀ, ਮੈਂ ਸੋ ਬਹੁਤ ਬਹੁਤ ਧੰਨਵਾਦ ਜੀ ਆਪ ਸਾਰਿਆਂ ਦਾ।
बोलने लगे अनगिनत हो गई होंगियां जी, बच्चे समझ के माफ कर देना जी। वाहिगुरू जी का खालसा, वाहिगुरू जी की फतेह। ਹਾਂਜੀ ਹੁਣ ਆਪ ਸਭ ਨੂੰ ਬੇਨਤੀ ਹੈ ਕਿ ਆਪਣੀ ਅਟੈਂਡੈਂਸ ਲਗਾ ਦਿਓ ਜੀ ਤੇ ਸਰ ਲੀਵ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ